ਬਲਜਿੰਦਰ ਸਿੰਘ ਤਮਰੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹੁੰਚ ਗਏ ਹਾਂ CWC ਦੇ ਦਫ਼ਤਰ ਵਿੱਚ ਗੱਲਬਾਤ ਕਰਾਂਗੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ। ਖਹਿਰਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਹੌਟ ਟਾਪਿਕ ਆ ਜਿਹੜਾ ਹੋਣਾ ਨਹੀਂ ਚਾਹੀਦਾ ਸੀ ਪਰ ਆ ਗਿਆ ਸਾਹਮਣੇ। ਗਲਤੀ ਲੱਗਦਾ ਸਰਕਾਰ ਕਦੇ ਮੰਨਦੀ ਨਹੀਂ ਹੁੰਦੀ, ਪਰ ਬਹੁਤ ਸਾਰੇ ਇਨਫੋਰਮੇਸ਼ਨ ਜਿਹੜੀ ਬਾਹਰ ਫੈਲ ਰਹੀ ਹੈ, ਚਾਹੇ ਟਿਕਟੌਕ ਹੋਵੇ, ਅਦਰ ਸੋਸ਼ਲ ਮੀਡੀਆ ਹੋਵੇ, ਇਹਨਾਂ ਨੂੰ ਰੱਖ ਲੈਣਾ ਜਾਣਾ, ਇਹਨਾਂ ਨੂੰ ਡੀਪੋਰਟ ਨਹੀਂ ਕਰਨਾ, ਕਿੰਨੇ ਕੁ ਬੰਦੇ ਹਨ, ਨੰਬਰ ਕਿੰਨੇ ਕੁ ਹਨ, ਸਾਰਾ ਹਜੇ ਮਿਕਸਅਪ ਚੱਲ ਰਿਹਾ ਹੈਗਾ। ਪਰ ਹਾਂ, ਸਰਕਾਰ ਨੇ ਜੇ ਬਾਹਰ ਕੱਢਣੇ ਆ ਕੱਢ ਹੀ ਦੇਣੇ ਆ। ਬਲਜਿੰਦਰ, ਜਿਹੜਾ ਓਵਰਆਲ ਸਿਨੈਰੀਓ ਹੈਗਾ ਪਹਿਲਾਂ ਉਹਨੂੰ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਆ। ਸੈਕਸ਼ਨ 40 ਹੈ ਜਿਹੜਾ ਕਾਨੂੰਨ ਦੀ ਧਾਰਾ 40 ਹੈਗੀ ਹੈ, ਉਹ ਕਹਿੰਦੇ ਜੇ ਤੁਸੀਂ ਕੋਈ ਮਿਸਰੈਪ੍ਰੈਜ਼ੈਂਟੇਸ਼ਨ ਕਰੀ ਹੈ, ਤੁਸੀਂ ਕੋਈ ਮਟੀਰੀਅਲ ਫੈਕਟ ਜਿਹੜਾ ਡਿਸਕਲੋਜ਼ ਨਹੀਂ ਕੀਤਾ ਜਾਂ ਵਿਦਹੈਲਡ ਕੀਤਾ ਜਾਂ ਫਰੋਜੂਲੈਂਟ ਹੈਗਾ, ਤਾਂ ਤੁਸੀਂ ਸੈਕਸ਼ਨ 40 ਦੇ ਥੱਲੇ ਕੌਟ ਹੋ ਜਾਂਦੇ ਹੋ ਅਤੇ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਹ 5 ਸਾਲ ਬੈਨ ਹੈਗੀ ਹੈ। ਕੈਨੇਡਾ 'ਚੋਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਂਦਾ। ਇਹ ਕਾਨੂੰਨ ਇਹ ਕਹਿੰਦਾ ਹੈਗਾ ਜੀ। ਹੁਣ ਜੇ ਪਰਟੀਕੂਲਰਲੀ ਇਸ ਮਾਮਲੇ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਮਾਮਲਾ ਹੈਗਾ, ਇਹ ਮਾਮਲਾ ਹੈਗਾ ਕਿ ਫਰੋਜੂਲੈਂਟ ਜਿਹੜੇ ਐਡਮਿਸ਼ਨ ਲੈਟਰਸ ਨੇ ਕਿਸੇ ਨੇ ਪ੍ਰਪੇਅਰ ਕਰੇ ਅਤੇ ਉਹ ਕਿਸੇ ਨੇ ਪ੍ਰਪੇਅਰ ਕਰਕੇ ਐਪਲੀਕੇਸ਼ਨ ਕੀਤੀ। ਉਹ ਐਪਲੀਕੇਸ਼ਨ ਕਰਕੇ ਅਤੇ ਫਿਰ ਇਹ ਸਟੂਡੈਂਟਸ ਨੂੰ ਵੀਜ਼ਾ ਮਿਲਿਆ। ਉਹ ਮਿਲਣ ਤੋਂ ਬਾਅਦ ਇੱਥੇ ਪਹੁੰਚ ਗਏ। ਪਹੁੰਚਣ ਤੋਂ ਬਾਅਦ ਉਹਨਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਜਿਹੜੇ ਕਾਲਜ ਤੁਹਾਡੀ ਐਡਮਿਸ਼ਨ ਕਰਾਈ ਗਈ ਹੈ ਉਹ ਕਾਲਜ 'ਚ ਹੁਣ ਤੁਹਾਡੇ ਕੋਲ ਸੀਟ ਨਹੀਂ ਹੈਗੀ, ਤੁਸੀਂ ਕਿਸੇ ਹੋਰ ਕਾਲਜ ਦੇ ਵਿੱਚ ਚਲੇ ਜਾਓ। ਇਹ ਇੱਕ ਜਨਰਲ ਜਿਹੜਾ ਬਹੁਤੇ ਲੋਕਾਂ ਨਾਲ ਇੱਦਾਂ ਬੀਤਿਆ। ਹੁਣ ਜਿਹੜੀ ਉਹ ਐਪਲੀਕੇਸ਼ਨ ਕੀਤੀ ਗਈ ਹੈ ਉਹ ਇੱਦਾਂ ਕੀਤੀ ਗਈ ਹੈ ਕਿ ਸਟੂਡੈਂਟ ਆਪਣੀ ਐਪਲੀਕੇਸ਼ਨ ਆਪ ਕਰ ਰਿਹਾ ਹੈਗਾ। ਹੁਣ ਇੱਥੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਸਟੂਡੈਂਟ ਨੂੰ ਇਹ ਗੱਲ ਪਤਾ ਸੀ ਉਹਦੇ ਨਾਲ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਸੋ ਇਹ ਬਹੁਤੇ ਜਿਹੜੇ ਸਟੂਡੈਂਟ ਸੀ ਉਹ ਕਿਵੇਂ ਇਸ ਚੱਕਰ ਦੇ ਵਿੱਚ ਫਸੇ। ਉਹ ਫਸੇ ਕਿ ਪੈਕੇਜ ਡੀਲ। ਸੋ ਪੈਕੇਜ ਡੀਲ ਕੀ ਕਰ ਲਈ ਗਈ ਕਿ ਤੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ, ਜਦੋਂ ਵੀਜ਼ਾ ਲੱਗ ਗਿਆ ਉਦੋਂ ਅਸੀਂ ਤੈਨੂੰ ਇੰਨੇ ਪੈਸੇ, ਤੂੰ ਸਾਨੂੰ 10 ਲੱਖ 15 ਲੱਖ ਰੁਪਈਏ ਜਿੰਨੇ ਵੀ ਹੈਗੇ ਆ ਦੇਣੇ ਆ, ਅਸੀਂ ਤੇਰੀ ਕਾਲਜ ਦੀ ਫੀਸ ਵੀ ਜਮ੍ਹਾਂ ਕਰਾਵਾਂਗੇ, ਅਸੀਂ ਤੇਰੀ GIC ਵੀ ਕਰਾਵਾਂਗੇ, ਕਈ ਕੇਸਿਸ 'ਚ ਤੈਨੂੰ ਏਅਰ ਟਿਕਟ ਵੀ ਲੈ ਕੇ ਦੇਵਾਂਗੇ। ਸੋ ਉਹਨੇ ਸੋਚ ਲਿਆ ਕਿ ਇਹ ਤਾਂ ਮੌਤ ਮੈਨੂੰ ਸਸਤਾ ਪੈ ਰਿਹਾ ਹੈਗਾ, ਸੋ ਮੈਂ ਤੂੰ ਹੀ ਕਰਾ ਲੈਣਾ। ਸੋ ਅੱਜ ਕੱਲ੍ਹ ਸ਼ਾਰਟਕੱਟ ਹਰ ਇੱਕ ਮੰਗਦਾ, ਮੈਨੂੰ ਕੁਝ ਕਰਨਾ ਨਾ ਪਵੇ ਅਤੇ ਪੈਸੇ ਦੇ ਰਹੀਏ। ਗਲਤ ਹੋਵੇ ਸਹੀ ਹੋਵੇ ਕੋਈ ਲੱਭਦਾ ਨਹੀਂ, ਪਰ ਪੈਸੇ ਦੇ ਕੇ ਸ਼ਾਰਟਕੱਟ ਲੱਭਦੇ ਆ। ਬਿਲਕੁਲ ਜੀ, ਕਿਉਂਕਿ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਕਿ ਜੇ 17-18 ਹਜ਼ਾਰ ਡਾਲਰ ਕਾਲਜ ਦੀ ਫੀਸ ਹੈ, GIC $10,000 ਹੈਗਾ, ਸੋ 28-30 ਹਜ਼ਾਰ ਡਾਲਰ ਇਹ ਬਣ ਗਿਆ। ਬਾਕੀ ਏਅਰ ਟਿਕਟ ਦੇ ਕੁਛ ਪੈਸੇ ਨੇ ਅਤੇ ਬੰਦਾ ਤੋਂ 10 ਲੱਖ ਰੁਪਈਏ ਚਾਰਜ ਕਰ ਰਿਹਾ ਅਤੇ ਉਹ ਇੰਨੇ ਪੈਸੇ ਅੱਗੇ ਦੇ ਰਿਹਾ। ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਫਿਸ਼ੀ ਹੈ। ਪਰ ਪੰਜਾਬ 'ਚ ਕਈ ਚੀਜ਼ਾਂ ਨੂੰ ਨਾ ਬਹੁਤ ਨੋਰਮਲ ਤਰੀਕੇ ਨਾਲ ਲਿਆ ਜਾਂਦਾ, ਜਿਵੇਂ ਇਸ ਗੱਲ ਨੂੰ ਲਿਆ ਜਾਂਦਾ ਕਿ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਪੈਸੇ ਲਏ ਜਾਣਗੇ। ਇਹ ਕਦੋਂ ਦਾ ਕਾਨੂੰਨ ਬਣ ਗਿਆ ਜੀ ਇਹ? ਪਰ ਲੋਕਾਂ ਨੂੰ ਇਹ ਬਹੁਤ ਨਾਰਮਲ ਗੱਲ ਲੱਗਦੀ ਹੈ। ਉਸ ਨਾਰਮਲਸੀ ਦੇ ਚੱਕਰ ਦੇ ਵਿੱਚ ਉਹ ਚਲੇ ਗਏ। ਅਤੇ ਦੂਜਾ, ਹੁਣ ਇਹਦੇ 'ਚ ਕੋਈ ਉਹ ਆਥੋਰਾਈਜ਼ਡ ਰੈਪਰੈਜ਼ੈਂਟੇਟਿਵ ਤਾਂ ਹੈ ਨਹੀਂ। ਸੋ ਆਥੋਰਾਈਜ਼ਡ ਰੈਪਰੈਜ਼ੈਂਟੇਟਿਵ ਹੋਣਾ ਕਿਵੇਂ ਪ੍ਰੂਵ ਕਰਿਆ ਜਾਵੇ ਕਿ ਗਲਤੀ ਉਹਨੇ ਕੀਤੀ ਹੈ? ਇਹ ਤਾਂ ਹੋ ਗਿਆ ਇੱਕ ਪੱਖ ਜੀ। ਹੁਣ ਦੂਜਾ ਪੱਖ ਹੈ। ਮੈਂ ਬਹੁਤ ਸਾਰੇ ਕੇਸਿਸ ਦੇ ਵਿੱਚ ਅਪੀਲਸ ਦੇ ਵਿੱਚ ਰੈਪਰੈਜ਼ੈਂਟ ਕਰ ਰਿਹਾ ਇਹਨਾਂ ਕਲਾਇੰਟਸ ਨੂੰ। ਇਹ ਐਕਸਕਿਊਜ਼ ਮੀ, ਇੱਕ ਰੀਸੈਂਟ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਪਿੱਛੇ ਹੀ ਹਾਲੇ ਪ੍ਰੀ ਹੀਅਰਿੰਗ ਕਾਨਫਰੰਸ, ਜਿਹਨੂੰ ਪ੍ਰੀ ਟਰਾਇਲ ਵੀ ਕਿਹਾ ਜਾਂਦਾ, ਉਹ ਹੋ ਰਿਹਾ। ਹਾਲੇ ਹੀਅਰਿੰਗ ਉਹ ਅਗਸਤ ਦੇ ਵਿੱਚ ਜਾ ਕੇ ਹੋਣੀ ਹੈ। ਉਹਦੇ ਵਿੱਚੋਂ ਜਿਹੜੀ ਐਪਲੀਕੇਸ਼ਨ 'ਤੇ ਸਾਈਨ ਵੀ ਕੀਤੇ ਉਹ ਵੀ ਇੰਡੀਵਿਜੂਅਲ ਨੇ ਨਹੀਂ ਕੀਤੇ ਜਿਹਦੀ ਐਪਲੀਕੇਸ਼ਨ ਹੈ। ਸੋ ਏਜੰਟ ਨਹੀਂ ਆਪੇ ਉਹਦੇ ਸਾਈਨ ਜਿਹੜੇ ਕਰਤੇ ਨੇ। ਅਤੇ ਫਿੰਗਰਪ੍ਰਿੰਟ ਐਕਸਪਰਟ ਨੇ ਵੀ ਇਸ ਗੱਲ ਨੂੰ ਜਿਹੜਾ ਟੈਸਟੀਫਾਈ ਕੀਤਾ ਹੈ ਕਿ ਹਾਂ ਇਹ ਸਿਗਨੇਚਰ ਇਹਦੇ ਨਹੀਂ। ਉਹਨੇ ਪੂਰੀ ਰਿਪੋਰਟ ਬਣਾ ਕੇ ਦਿੱਤੀ ਹੈ ਕਿ ਇਹ ਜਿਹੜਾ ਸਿਗਨੇਚਰ ਕਿਸੇ ਹੋਰ ਦੇ ਨੇ, ਇਸ ਇੰਡੀਵਿਜੂਅਲ ਦੇ ਨਹੀਂ। ਸੋ ਉਹਨੇ ਤਾਂ ਆਪਣੀ ਐਪਲੀਕੇਸ਼ਨ ਕਦੇ ਦੇਖੀ ਨਹੀਂ ਹੈਗੀ। ਅਤੇ ਇਹਦੇ ਨਾਲ ਹੋਰ ਕਮਾਲ ਦੀ ਗੱਲ ਹੈ ਜਿਹੜੀ ਦੇਖਣ ਵਾਲੀ ਇਹ ਹੈ ਕਿ ਜੋ ਐਡਮਿਸ਼ਨ ਲੈਟਰ ਦੇ ਉੱਤੇ ਸਟੂਡੈਂਟ ਦਾ ID ਨੰਬਰ ਹੈ ਅਤੇ ਜੋ ਐਪਲੀਕੇਸ਼ਨ ਇਮੀਗ੍ਰੇਸ਼ਨ ਨੂੰ ਕਰੀ ਹੈ ਉਹ ਦੋਵੇਂ ਵੱਖਰੇ ਨੇ। ਹੁਣ ਬੇਵਕੂਫ ਹੋਊਗਾ ਉਹ ਆਫਿਸਰ ਜਿਹਨੂੰ ਇਹ ਦਿਖਦਾ ਹੈ ਕਿ ਐਡਮਿਟੈਂਸ ਲੈਟਰ ਦੇ ਉੱਤੇ ਤਾਂ ਕੋਈ ਹੋਰ ਨੰਬਰ ਹੈ, ਐਪਲੀਕੇਸ਼ਨ ਦੇ ਉੱਤੇ ਕੋਈ ਹੋਰ ਨੰਬਰ ਹੈ। ਉਹ ਤਾਂ ਉੱਥੇ ਹੀ ਫੜ ਸਕਦਾ ਸੀਗਾ, ਪਰ ਉਹਨੇ ਵੀ ਕੋਈ ਟੇਕ ਕੇਅਰ ਨਹੀਂ ਕੀਤੀ। ਉਹ ਤੋਂ ਵੀ ਅੱਗੇ ਜਾ ਕੇ ਕੀ ਹੈਗਾ ਕਿ ਕੰਪਲਾਇੰਸ ਰਿਪੋਰਟ ਹੈਗਾ। ਕੰਪਲਾਇੰਸ ਰਿਪੋਰਟ ਕੀ ਹੈ? ਉਹ ਕੰਪਲਾਇੰਸ ਰਿਪੋਰਟ ਇਹ ਹੈਗਾ ਕਿ ਸਾਲ 2014 ਤੋਂ ਬਾਅਦ
ਹਰੇਕ ਜਿਹੜਾ ਕਾਲਜ ਹੈ ਉਹਨੇ ਇੱਕ ਕੰਪਲਾਇੰਸ ਰਿਪੋਰਟ ਇਮੀਗ੍ਰੇਸ਼ਨ ਮਹਿਕਮੇ ਨੂੰ ਦੇਣੀ ਹੈ ਕਿ ਆਹ ਐਡਮਿਸ਼ਨ ਲੈਟਰਸ ਅਸੀਂ ਇਸ਼ੂ ਕਰੀਆਂ, ਆਹ ਸਟੂਡੈਂਟ ਸਾਡੇ ਕੋਲ ਆਏ, ਆਹ ਨੋ ਸ਼ੋ ਹੋਏ, ਆਹ ਪਾਸ ਹੋਏ, ਆਹ ਫੇਲ ਹੋਏ, ਹਰੇਕ ਦੀ ਕੰਪਲਾਇੰਸ ਰਿਪੋਰਟ ਦੇਣੀ ਹੈ। ਅਤੇ ਉਹਦੇ 'ਚ ਸਿਰਫ 2 ਬੰਦੇ ਆਥੋਰਾਈਜ਼ ਨੇ ਕਾਲਜ ਦੇ, ਇੱਕ ਪ੍ਰਾਇਮਰੀ ਯੂਜ਼ਰ ਹੈ, ਇੱਕ ਸੈਕੰਡਰੀ ਯੂਜ਼ਰ ਹੈ। ਹੁਣ ਜਦੋਂ ਇਹਦੀ ਰਿਪੋਰਟ ਕੰਪਲਾਇੰਸ ਰਿਪੋਰਟ ਮੰਗਾ ਕੇ ਦੇਖੀ ਤਾਂ ਉੱਥੋਂ ਇਹ ਪਤਾ ਲੱਗਿਆ ਕਿ ਕਾਲਜ ਨੇ ਡਿਕਲੇਅਰ ਕਰਿਆ ਇਹ ਨੋ ਸ਼ੋ ਹੈ। ਨੋ ਸ਼ੋ ਦਾ ਮਤਲਬ ਤਾਂ ਇਹ ਹੈ ਕਿ ਚਿੱਠੀ ਤੁਸੀਂ ਜਾਰੀ ਕੀਤੀ ਹੈ ਅਤੇ ਬੰਦਾ ਆਇਆ ਨਹੀਂ। ਸੋ ਤੁਸੀਂ ਕੰਪਲਾਇੰਸ ਰਿਪੋਰਟ ਦੇ ਵਿੱਚੋਂ ਇਹ ਕਿਉਂ ਲਿਖਿਆ ਬੰਦਾ ਨੋ ਸ਼ੋ ਹੈ, ਤੁਸੀਂ ਕਿਉਂ ਨਹੀਂ ਲਿਖਿਆ ਕਿ ਚਿੱਠੀ ਨਕਲੀ ਹੈ ਜਦੋਂ ਬੰਦਾ ਆਇਆ ਸੀਗਾ। ਹੁਣ ਮੈਂ ਇਸ ਕੇਸ ਦੇ ਵਿੱਚ ਮੋਸ਼ਨ ਕੀਤਾ ਕਿ ਕਾਲਜ ਦਾ ਅਧਿਕਾਰੀ ਹੈ ਉਹ ਆ ਕੇ ਉਹਨੂੰ ਸਮਨ ਕੀਤਾ ਜਾਵੇ ਅਤੇ ਉਹ ਟੈਸਟੀਫਾਈ ਕਰੇ ਆ ਕੇ ਕੋਰਟ ਦੇ ਵਿੱਚੋਂ, ਉਹਨੂੰ ਸਵਾਲ ਜਵਾਬ ਪੁੱਛੀਏ ਵੀ ਤੂੰ ਨੋ ਸ਼ੋ ਕਿਉਂ ਲਿਖਿਆ ਇਹਨੂੰ, ਇਹਦਾ ਮਤਲਬ ਤੂੰ ਵੀ ਫਰੋਡੂਲੈਂਟ ਐਕਟੀਵਿਟੀ 'ਚ ਕਿਤੇ ਨਾ ਕਿਤੇ ਇਨਵੋਲਵਡ ਹੈ। ਸੋ ਉਹਦੇ 'ਚ ਪ੍ਰੀ ਕਾਨਫਰੰਸ ਦੇ ਵਿੱਚ ਜੱਜ ਨੇ ਕਿਹਾ ਕਿ ਜਿਹੜਾ ਇਹ ਤੁਹਾਡਾ ਮੈਜਰ ਹੈਗਾ ਉਹਨੂੰ ਸਮਨ ਕਰਨ ਦਾ ਬਹੁਤ ਐਕਸਟ੍ਰੀਮ ਮੈਜਰ ਹੈਗਾ, ਸੋ ਤੁਸੀਂ ਉਹਨੂੰ ਵਿਟਨੈਸ ਤੌਰ 'ਤੇ ਬੁਲਾ ਸਕਦੇ ਹੋ ਪਰ ਮੈਂ ਸਮਨ ਨਹੀਂ ਉਹਨੂੰ ਇਸ਼ੂ ਕਰੂੰਗਾ, ਕਿਉਂਕਿ ਜੇ ਸਮਨ 'ਤੇ ਨਹੀਂ ਬੰਦਾ ਆਉਂਦਾ ਤਾਂ ਉਹਦੀਆਂ ਕ੍ਰਿਮੀਨਲ ਕੌਨਸੀਕੁਐਂਸਿਸ ਨੇ ਨਾ, ਉਹਦੇ ਖਿਲਾਫ ਅਰੈਸਟ ਵਾਰੰਟ ਵੀ ਹੋ ਸਕਦਾ ਹੈਗਾ। ਸੋ ਪਰ ਸਰਕਾਰੀ ਵਕੀਲ ਫਿਰ ਉੱਥੇ ਆ ਕੇ ਇੱਕੋ ਗੱਲ ਕਹਿ ਰਿਹਾ ਸੀ ਕਿ ਇਹ ਤਾਂ ਮੁੱਦਾ ਹੀ ਨਹੀਂ ਜੀ, ਕਿ ਆਫਿਸਰ ਨੇ ਗਲਤੀ ਕਰੀ ਹੈ ਮੁੱਦਾ ਨਹੀਂ, ਕਾਲਜ ਨੇ ਗਲਤੀ ਕਰੀ ਹੈ ਮੁੱਦਾ ਨਹੀਂ, ਮੁੱਦਾ ਤਾਂ ਇਹ ਹੈ ਕਿ ਇਹਨੇ ਝੂਠੀ ਚਿੱਠੀ ਜਿਹੜੀ ਦਿੱਤੀ ਹੈ। ਹੁਣ ਤੁਸੀਂ ਸਾਰਾ ਸਿਨੈਰੀਓ ਦੇਖੋ ਕਿ ਇੱਕ ਪਾਸੇ ਤਾਂ ਪ੍ਰਾਈਮ ਮਿਨਿਸਟਰ, ਲੀਡਰ ਆਫ ਆਪੋਜੀਸ਼ਨ, ਲੀਡਰ ਆਫ ਦ ਪਾਰਟੀ ਜਿਹੜੀ ਮਾਈਨੋਰਿਟੀ ਗਵਰਨਮੈਂਟ ਨੂੰ ਸਪੋਰਟ ਕਰ ਰਹੀ ਹੈ, ਉਹ ਸਾਰੇ ਕੋਈ ਰਾਗ ਬੋਲ ਰਹੇ ਨੇ। ਉਹ ਰਾਗ ਕੀ ਬੋਲ ਰਹੇ ਨੇ ਕਿ ਸਾਰੇ ਵਿਕਟਮ ਨੇ, ਇਹ ਸਾਰੇ ਵਿਕਟਮ ਨੇ, ਇਹਨਾਂ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ ਸੀ। ਇੱਕੋ ਬੰਦਾ ਨਹੀਂ ਬੋਲ ਰਿਹਾ ਕਿ ਵਿਕਟਮ ਨੇ, ਉਹ ਕੌਣ ਹੈ? ਉਹ ਹੈਗਾ ਮਿਨਿਸਟਰ ਆਫ ਪਬਲਿਕ ਸੇਫਟੀ ਮਾਰਕੋ ਮੈਂਸਡੀਨੋ, ਜਿਹਦੇ ਥੱਲੇ CBSE ਆਉਂਦੀ ਹੈ ਜਿਹੜੀ ਇਹਨਾਂ ਦੇ ਖਿਲਾਫ ਕੇਸ ਲੜਦੀ ਹੈ। ਹੁਣ ਜਦੋਂ ਕੇਸ ਹੁੰਦਾ ਉਹ ਹੁੰਦਾ ਹੈਗਾ ਜਿਹੜਾ ਇੰਡੀਵਿਜੂਅਲ ਆ ਉਹਦਾ ਨਾਂ ਵਰਸਸ ਮਿਨਿਸਟਰ ਆਫ ਪਬਲਿਕ ਸੇਫਟੀ। ਸੋ ਜੇ ਮਿਨਿਸਟਰ ਆਫ ਪਬਲਿਕ ਸੇਫਟੀ ਇੱਕ ਦਿਨ ਵੀ ਇਹ ਬਿਆਨ ਦੇ ਦੇ ਕਿ ਵਿਕਟਮ ਨੇ ਇਹਨਾਂ ਨੂੰ ਕੋਈ ਗਲਤੀ ਨਹੀਂ ਕਰੀ, ਉਹ ਸਾਰੀ ਕੇਸ ਡਿੱਗ ਜਾਣਗੇ ਉਹਦੇ ਦੇ ਉੱਤੇ। ਸੋ ਉਹਨੇ ਇੱਕ ਵੀ ਬਿਆਨ ਅੱਜ ਤੱਕ ਨਹੀਂ ਦਿੱਤਾ ਹੈਗਾ। ਸੋ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਤੇ ਜਾਂ ਵੋਟਾਂ ਖਿੱਚਣਾ ਚਾਹੁੰਦੇ ਆ, ਕਹਿੰਦੇ ਵੀ ਨਹੀਂ ਜੀ ਇਹਨਾਂ ਨੂੰ ਆਪਾਂ ਜਾਣ ਨਹੀਂ ਦੇਵਾਂਗੇ, ਇੱਥੇ ਰੱਖਿਆ, ਇਹਨਾਂ ਨਾਲ ਫਰਾਡ ਹੋਇਆ, ਕਿਉਂ ਨਹੀਂ ਉਹਨੂੰ ਸਵਾਲ ਕਰ ਸਕਦੇ? ਬਿਲਕੁਲ ਕਰਦੇ ਆ ਜੀ, ਪਰ ਜੋ ਪ੍ਰੋਵੀਜ਼ਨਸ ਨੇ ਨਾ, ਜੋ ਐਗਜ਼ਿਸਟਿੰਗ ਲਾਅ 'ਚ ਪ੍ਰੋਵੀਜ਼ਨਸ ਹੈ, ਮੈਂ ਆਪਾਂ ਅੱਗੇ ਜਾ ਕੇ ਉਹਦੀ ਗੱਲ ਕਰਦਾ ਕਿ ਕੀ ਕਰ ਸਕਦੇ ਨੇ। ਇਹ ਹੈਗਾ ਸਾਰੇ ਦਾ ਸਾਰਾ ਇੱਕ ਸਿੰਬੋਲਿਕ ਜੈਸਚਰ ਨੇ ਇਹ ਸਾਰੇ ਦੇ ਸਾਰੇ। ਹੁਣ ਥੋੜ੍ਹੇ ਦਿਨ ਪਹਿਲਾਂ ਜਿਹੜੀ ਪਾਰਲੀਮੈਂਟਰੀ ਕਮੇਟੀ ਔਨ ਇਮੀਗ੍ਰੇਸ਼ਨ ਉਹ 'ਚ ਮੋਸ਼ਨ ਲਿਆਂਦਾ ਗਿਆ ਕਿ ਸਟੱਡੀ ਕੀਤੀ ਜਾਵੇ ਕਿ ਇਹ ਕਿਉਂ ਹੋਇਆ ਜੀ। ਹੁਣ ਉਹ ਤਾਂ ਕੋਈ ਸਟੈਚੂਟਰੀ ਪਾਵਰ ਤਾਂ ਹੈ ਨਹੀਂ ਨਾ ਪਾਰਲੀਮੈਂਟਰੀ ਕਮੇਟੀ ਕਹਿ ਦੇ ਵੀ ਇਹਨਾਂ ਦਾ ਜਿਹੜਾ ਤੁਹਾਡਾ ਰਿਮੂਵਲ ਹੈ ਉਹਨੂੰ ਰੋਕ ਦਿੱਤਾ ਜਾਵੇ, ਇਹ ਜੀ ਤਾਂ ਕੋਈ ਪਾਵਰ ਉਹਨਾਂ ਕੋਲ ਹੈ ਨਹੀਂ। ਉਹ ਤਾਂ ਸਰਕਾਰ ਨੂੰ ਰეკਮੈਂਡੇਸ਼ਨ ਭੇਜਦੇ ਨੇ, ਉਹ ਤਾਂ 36 ਹੋਰ ਰეკਮੈਂਡੇਸ਼ਨ ਭੇਜਦੇ ਨੇ, ਸਰਕਾਰ ਕਿਹੜਾ ਸਾਰੀਆਂ ਉਹਨਾਂ ਦੀਆਂ ਮੰਨ ਲੈਂਦੀ ਹੈਗੀ ਹੈ। ਸੋ ਉਹ ਇੱਕ ਐਸਪੈਕਟ ਹੈ ਜਿਹੜਾ ਕਿ ਸਿੰਬੋਲਿਕ ਪੋਲੀਟੀਕਲ ਜੈਸਚਰ ਹੈ, ਉਹ ਤੋਂ ਵੱਧ ਨਹੀਂ, ਕਿਉਂਕਿ ਉਹ ਗੱਲ ਹੁਣ ਸੋਸ਼ਲ ਮੀਡੀਆ 'ਤੇ ਫੈਲ ਗਈ ਤਾਂ ਹਰੇਕ ਉਹ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ। ਹੁਣ ਸਵਾਲ ਇੱਥੇ ਕਰਨਾ ਚਾਹੀਦਾ ਹੈ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਕਿ ਜੇ ਤੂੰ ਪ੍ਰਾਈਮ ਮਿਨਿਸਟਰ ਹੁੰਦਾ ਤੂੰ ਕੀ ਕਰਦਾ ਜੀ। ਸਵਾਲ ਇਸ ਵੇਲੇ ਹੈਗਾ ਕਿ ਤੂੰ ਕੀ ਕਰਦਾ ਕਿ ਤੂੰ ਸਾਰਿਆਂ ਦੇ ਕੇਸ ਵਾਪਸ ਲੈ ਲੈਂਦਾ? ਨਹੀਂ ਕਰ ਸਕਦਾ ਸੀ ਨਾ। ਉਹ ਤਾਂ ਹੁਣ ਇੱਕ ਪੋਲੀਟੀਕਲ ਜਿਹੜਾ ਹੈਗਾ ਇੱਕ ਜੈਸਚਰ, ਇੱਕ ਆਈ ਵਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਹੁਣ ਹੈਗਾ ਕਿ ਇਸ ਵੇਲੇ ਕਿਹੜੀ ਪ੍ਰੋਵੀਜ਼ਨਸ ਨੇ ਜਿਹੜੀਆਂ ਕਾਨੂੰਨ 'ਚ ਐਗਜ਼ਿਸਟ ਕਰਦੀਆਂ ਨੇ, ਉਹਨਾਂ 'ਤੇ ਕੀ ਕਰਿਆ ਜਾਵੇ। ਹੁਣ ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸੋਸ਼ਲ ਮੀਡੀਆ 'ਤੇ ਆਵਾਜ਼ ਉੱਠ ਰਹੀ ਹੈ ਕਿ ਜਿਹੜੇ ਉਹਦਾ ਡੀਪੋਰਟੇਸ਼ਨ ਹੈਗਾ ਉਹਨੂੰ ਸਟੇ ਕਰ ਦਿੱਤਾ ਗਿਆ। ਮੈਂ ਦੱਸਣਾ ਚਾਹੁੰਦਾ ਸਟੇ ਕਰਨ ਦੀ ਪਾਵਰ ਸਿਰਫ ਇੱਕ ਫੈਡਰਲ ਕੋਰਟ ਦੇ ਜੱਜ ਕੋਲੇ ਹੈ, ਹੋਰ ਕਿਸੇ ਕੋਲੇ ਸਟੇ ਕਰਨ ਦੀ ਪਾਵਰ ਨਹੀਂ ਹੈਗੀ। ਜਦੋਂ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ ਉਹ ਤੁਹਾਡੇ ਰਿਮੂਵਲ ਨੂੰ ਡੈਫਰ ਕੀਤਾ ਜਾ ਸਕਦਾ, ਅੱਗੇ ਪਾਇਆ ਜਾ ਸਕਦਾ, ਉਹ ਇੱਕ ਆਫਿਸਰ ਕੋਲ ਹੀ ਅਧਿਕਾਰ ਹੈ। ਸੋ ਉਹਨੇ ਕਹਿਤਾ ਕਿ ਤੂੰ ਫਲਾਣੀ ਤਰੀਕ ਨੂੰ ਜਾਣਾ, ਬੰਦਾ ਕਹਿੰਦਾ ਹੈਗਾ ਮੈਨੂੰ ਟਾਈਮ ਥੋੜ੍ਹਾ ਜਿਹਾ ਹੋਰ ਦੇ ਦਿਓ ਜੀ, ਉਹ ਡੈਫਰ ਕਰ ਸਕਦਾ ਕਿ ਤੈਨੂੰ ਹੋਰ ਦਿਨ ਦਿੱਤੇ ਜੀ, ਪਰ ਉਹ ਸਟੇ ਨਹੀਂ ਹੋ ਸਕਦਾ। ਸਟੇ ਸਿਰਫ ਫੈਡਰਲ ਕੋਰਟ ਦਾ ਜੱਜ ਹੀ ਦੇ ਸਕਦਾ। ਸੋ ਉਹ ਅਧਿਕਾਰੀ ਦੀ ਜਿਹੜੀ ਹੈਗੀ ਹੈ ਕਿ ਉਹਨੂੰ ਡੈਫਰ ਕਰ ਸਕਦਾ। ਜੇ ਡੈਫਰ ਨੂੰ ਵੀ ਉਹ ਤੁਹਾਡੇ ਡੈਫਰਲ ਆਫ ਯੋਰ ਰਿਮੂਵਲ ਉਹਨੂੰ ਵੀ ਨਾ ਕਰਦਾ ਹੈ, ਉਹਨੂੰ ਵੀ ਫੈਡਰਲ ਕੋਰਟ 'ਚ ਚੈਲੰਜ ਜਿਹੜਾ ਕੀਤਾ ਜਾ ਸਕਦਾ। ਇਹਦਾ ਕਾਨੂੰਨੀ ਪ੍ਰੋਵੀਜ਼ਨ ਹੈ, ਸੋ ਜਿਹਦੇ ਕਰਕੇ ਅੱਗੇ ਉਹਨੂੰ ਪਾਇਆ ਜਾ ਸਕਦਾ। ਹੁਣ ਇਸ ਵੇਲੇ ਜੇ ਦੇਖਿਆ ਜਾਵੇ ਪੋਲੀਟੀਕਲ ਸਿੰਬੋਲਿਕ ਜੈਸਚਰਸ ਕਰਨ ਦੀ ਬਜਾਏ ਜੀ ਰਿਜ਼ੋਲਵ ਕਿੱਥੇ ਹੈ? ਸਭ ਤੋਂ ਪਹਿਲਾਂ ਤਾਂ ਰਿਜ਼ੋਲਵ ਇਹ ਹੈ, ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅਸੀਂ
ਹਰੇਕ ਇੰਡੀਵਿਜੂਅਲ ਦੇ ਕੇਸ ਨੂੰ ਇੰਡੀਵਿਜੂਅਲੀ ਦੇਖਾਂਗੇ। ਗੁੱਡ ਲੱਕ। ਬਿਲਕੁਲ ਸਹੀ ਵਰਡ ਯੂਜ਼ ਕਰਿਆ ਤੁਸੀਂ। ਕਿਉਂ? ਉਹ ਭਾਈ ਤੁਸੀਂ ਆਲਰੇਡੀ ਹੀ ਹਰੇਕ ਕੇਸ ਨੂੰ ਇੰਡੀਵਿਜੂਅਲ ਤੌਰ ਤੇ ਦੇਖ ਰਹੇ ਹੋ। ਹਰੇਕ ਦੇ ਉੱਤੇ ਤੁਸੀਂ ਪਰਚਾ ਦਰਜ ਕਰ ਰਹੇ ਹੋ ਇੰਡੀਵਿਜੂਅਲੀ, ਹਰੇਕ ਦੇ ਖਿਲਾਫ ਤੁਸੀਂ ਮੁਕੱਦਮਾ ਚਲਾ ਰਹੇ ਹੋ, ਹਰੇਕ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ। ਹੋਰ ਕਿੰਨਾ ਕੁ ਵੱਖਰਾ ਕਰਕੇ ਇਹਨੂੰ ਤੁਸੀਂ ਦੇਖੋਗੇ ਇਕੱਲੇ ਇਕੱਲੇ ਤੋਂ? ਹਰੇਕ ਨੂੰ ਚਿੱਠੀ ਭੇਜਣੀ ਆ ਵੀ ਤੂੰ ਰਹਿਣਾ ਜਾਂ ਨਹੀਂ ਰਹਿਣਾ। ਹੁਣ ਜਦੋਂ ਇਹ ਸਾਰਾ ਕੁਝ ਤੁਸੀਂ ਕਰ ਚੁੱਕੇ ਹੋ, ਇੱਕ ਜੱਜ ਨੇ ਫੈਸਲਾ ਸੁਣਾਤਾ ਹੈ ਕਿ ਇਹਨੂੰ ਦੇਸ਼ ਨਿਕਾਲੇ ਦਾ ਆਰਡਰ ਦਿੱਤਾ ਜਾਵੇ। ਹੁਣ ਤੁਸੀਂ ਜੱਜ ਦੇ ਡਿਸੀਜਨ ਨੂੰ ਕਿਵੇਂ ਓਵਰਟਰਨ ਕਰੋਗੇ? ਇਹ ਕਰਨਾ ਸੀ, ਇਹ ਪਹਿਲੋਂ ਕਰਨਾ ਸੀ ਕਿ ਜਿੱਥੇ ਤੁਹਾਨੂੰ ਪਤਾ ਸੀ, ਜਦ ਕਿ ਜਿਹੜੇ ਕੇਸਿਸ ਮੈਂ ਰਿਪਰੈਜ਼ੈਂਟ ਕਰ ਰਿਹਾ ਸੀ ਬਾਰ-ਬਾਰ ਇਹ ਗੱਲ ਦਾ ਰੌਲਾ ਪਾ ਰਹੇ ਸੀ ਕਿ ਇਹ ਵਿਕਟਮ ਨੇ। ਉਦੋਂ ਤਾਂ ਉਹਨੂੰ ਕਿਹਾ ਜੀ, ਉਦੋਂ ਤਾਂ ਸਰਕਾਰੀ ਵਕੀਲ ਕਹਿੰਦਾ ਸੀ ਨਹੀਂ ਜੀ ਚਿੱਠੀ ਇਹਨੇ ਦਿੱਤੀ ਹੈ, ਕੋਈ ਵਿਕਟਮ ਨਹੀਂ। ਉਹ ਹਾਲੇ ਵੀ ਉਹੀ ਕਹਿੰਦੇ ਨੇ ਕਿ ਚਿੱਠੀ ਇਹਨੇ ਨਹੀਂ ਦਿੱਤੀ ਹੈ, ਕੋਈ ਵਿਕਟਮ ਨਹੀਂ ਹੈਗੇ। ਸੋ ਜਿਹੜਾ ਇਸ ਵੇਲੇ ਮਾਮਲਾ ਹੈਗਾ, ਉਹ ਮਾਮਲਾ ਕੀ ਹੈ ਕਿ ਇੰਡੀਵਿਜੂਅਲੀ ਦੇਖਣ ਵਾਲਾ ਜਿਹੜਾ ਕੰਮ ਹੈ ਨਾ, ਉਹ ਆਲਰੇਡੀ ਰਿਮੂਵਲ ਆਰਡਰ ਇਸ਼ੂ ਹੋ ਗਿਆ। ਹੁਣ ਉਹਦੇ 'ਚ ਕੀ ਇੰਡੀਵਿਜੂਅਲੀ ਦੇਖਣਾ ਕਿ ਵਿਕਟਮ ਹੈਗਾ ਕਿ ਨਹੀਂ ਹੈਗਾ, ਇਹ ਇੰਡੀਵਿਜੂਅਲੀ ਦੇਖਣਾ ਸੀ, ਕੋਰਟ 'ਚ ਦੇਖਣਾ ਸੀ। ਹੁਣ ਕਿਉਂ ਦੇਖਣਾ? ਹੁਣ ਇੱਕ ਜਿਹੜੇ ਕਿ ਇਹ ਤਾਂ ਹੋ ਗਏ ਉਹ ਲੋਕ ਜਿਨ੍ਹਾਂ ਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਹੋ ਚੁੱਕਿਆ। ਜਿਹੜੇ ਲੋਕਾਂ ਦੇ ਖਿਲਾਫ ਹਾਲੇ ਰਿਮੂਵਲ ਆਰਡਰ ਇਸ਼ੂ ਨਹੀਂ ਹੋਇਆ, ਜਿਹੜੇ ਲੋਕਾਂ ਦਾ ਮਾਮਲਾ ਹਾਲੇ ਕੋਰਟ 'ਚ ਚੱਲ ਰਿਹਾ, ਇੱਕ ਸਟਰੋਕ ਆਫ ਪੈਨ ਨਾਲ ਮਿਨਿਸਟਰ ਆਫ ਪਬਲਿਕ ਸੇਫਟੀ ਮਾਰਕੋ ਐਂਟੋਨੀ ਇੱਕ ਸਟਰੋਕ ਆਫ ਪੈਨ ਨਾਲ ਉਹ ਸਾਰੇ ਕੇਸ ਵਾਪਸ ਲੈ ਸਕਦਾ, ਕਿਉਂਕਿ ਉਹਨਾਂ 'ਤੇ ਹਾਲੇ ਸੁਣਵਾਈ ਨਹੀਂ ਹੋਈ। ਤੁਸੀਂ ਉਹਨਾਂ ਦੀ ਐਡਮਿਸਿਬਿਲਿਟੀ ਰਿਪੋਰਟ ਹੈ ਜਿਹੜੀ ਵਾਪਸ ਲੈ ਲਓ। ਸਿਗਨੀਫੀਕੈਂਟ ਐਵੀਡੈਂਸ ਕੋਰਟ 'ਚ ਪ੍ਰੈਜ਼ੈਂਟ ਨਹੀਂ ਹੋਇਆ, ਉਹਦੀ ਐਡਮਿਸਿਬਿਲਿਟੀ ਚਲੀ ਜਾਊਗੀ। ਇਹ ਤਾਂ ਰਿਜ਼ੋਲਵ ਇੱਕ ਸਟਰੋਕ ਆਫ ਪੈਨ ਨਾਲ ਕੀਤਾ ਜਾ ਸਕਦਾ, ਜਿਹੜੇ ਕੇਸ ਹਾਲੇ ਕੋਰਟ 'ਚੋਂ ਡਿਸਾਈਡ ਨਹੀਂ ਹੋਏ। ਕਹਿੰਦੇ ਸਾਡੇ MP ਆ MPP ਆ, ਇਹਨਾਂ ਨੂੰ ਗਾਈਡ ਨਹੀਂ ਕਰਨਾ ਚਾਹੀਦਾ। ਜੇ ਇਹਨਾਂ ਨੇ ਬੈਠਣਾ ਜਾਂ ਇੰਟਰਨੈਸ਼ਨਲ ਸੈਂਟਰ ਨਾ ਬੈਠੀ, ਆਪਾਂ ਬੈਠੀ ਉਹਦੇ ਜਿਹਨਾਂ ਰਿਮੂਵਲ ਆਰਡਰ ਦੇਣੇ ਆ ਉਹਦੇ ਦਫ਼ਤਰ ਦੇ ਮੂਹਰੇ। ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਦੂਜੀ ਗੱਲ, ਜਿਨ੍ਹਾਂ ਦੇ ਖਿਲਾਫ ਰਿਮੂਵਲ ਆਰਡਰ ਆਲਰੇਡੀ ਇਸ਼ੂ ਹੋ ਚੁੱਕੇ ਹੈ, ਜੱਜ ਨੇ ਫੈਸਲਾ ਕਰਤਾ ਹੋਇਆ, ਉਹਨੂੰ ਕਿਹਨੇ ਰਿਮੂਵ ਕਰਨਾ ਹੈ? ਉਹਨੂੰ ਰਿਮੂਵ ਕਰਨਾ ਹੈ CBSA ਨੇ। ਉਹਦਾ ਮਿਨਿਸਟਰ ਕੌਣ ਹੈ? ਮਿਨਿਸਟਰ ਮਾਰਕੋ ਐਂਟੋਨੀ ਨੂੰ। ਇਮੀਗ੍ਰੇਸ਼ਨ ਦਾ ਤਾਂ ਕੋਈ ਸੰਬੰਧ ਹੀ ਨਹੀਂ ਇਹਦੇ ਨਾਲ। ਸੋ ਉਹਨੇ ਡਿਸਾਈਡ ਕਰਨਾ ਹੈ ਕਿ ਹਾਂ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਜਾਂ ਰਿਮੂਵ ਨਾ ਕੀਤਾ ਜਾਵੇ, ਉਹ ਡੈਫਰ ਕਰ ਸਕਦਾ। ਹੁਣ ਐਗਜ਼ਿਸਟਿੰਗ ਪ੍ਰੋਵੀਜ਼ਨਸ ਨੇ ਜਿਹੜੀਆਂ ਕਾਨੂੰਨ 'ਚ, ਪਹਿਲਾਂ ਉਹਦੀ ਗੱਲ ਕਰੀਏ ਕਿ ਬਿਨਾਂ ਕੁਛ ਕਰੇ ਕੀ ਰਿਜ਼ੋਲਵ ਕੀਤਾ ਜਾ ਸਕਦਾ। ਉਹ ਹੈਗਾ ਸੈਕਸ਼ਨ 24। ਸੈਕਸ਼ਨ 24 ਹੈਗਾ ਟੈਂਪਰੇਰੀ ਰੈਜ਼ੀਡੈਂਟ ਪਰਮਿਟ। ਇੱਕ ਕਾਨੂੰਨ 'ਚ ਆਲਰੇਡੀ ਪ੍ਰੋਵੀਜ਼ਨ ਹੈ ਕਿ ਇੱਕ ਇੰਡੀਵਿਜੂਅਲ ਜਿਹੜਾ ਕੰਡੀਸ਼ਨਸ ਮੀਟ ਨਹੀਂ ਕਰਦਾ ਜਾਂ ਉਹ ਇਨਐਡਮਿਸਿਬਲ ਹੈ, ਜਿਵੇਂ ਹੁਣ ਇਨਐਡਮਿਸਿਬਲ ਹੋ ਚੁੱਕੇ ਨੇ, ਉਹਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਇਸ਼ੂ ਕੀਤਾ ਜਾ ਸਕਦਾ ਹੈ ਜੇ ਸਰਕਮਸਟੈਂਸਿਸ ਅਲਾਓ ਕਰਦੀਆਂ ਨੇ। ਹੁਣ ਇਹ ਤੋਂ ਵੱਧ ਕੀ ਸਰਕਮਸਟੈਂਸਿਸ ਅਲਾਓ ਕਰਨਗੀਆਂ? ਜਿੱਥੇ ਪ੍ਰਾਈਮ ਮਿਨਿਸਟਰ ਵੀ ਕਹਿੰਦਾ ਕਿ ਵਿਕਟਮ ਨੇ, ਜਿੱਥੇ ਇਮੀਗ੍ਰੇਸ਼ਨ ਮਿਨਿਸਟਰ ਵੀ ਕਹਿੰਦਾ ਹੈ ਵਿਕਟਮ ਨੇ, ਲੀਡਰ ਆਫ ਆਪੋਜੀਸ਼ਨ ਵੀ ਕਹਿੰਦਾ ਹੈ ਵਿਕਟਮ ਨੇ, ਉਹ ਪਾਰਟੀ ਜਿਹੜੀ ਪ੍ਰੋਪ ਕਰ ਰਹੀ ਹੈ ਮਾਈਨੋਰਿਟੀ ਗਵਰਨਮੈਂਟ, ਉਹ ਲੀਡਰ ਵੀ ਕਹਿੰਦਾ ਹੈ ਵਿਕਟਮ ਨੇ। ਤੇ ਫਿਰ ਹੋਰ ਕਿਹੜੀਆਂ ਸਰਕਮਸਟੈਂਸਿਸ ਚਾਹੀਦੀਆਂ ਨੇ? ਸੋ ਉਹਦੇ ਨਾਲ ਉਹ ਇਨਐਡਮਿਸਿਬਿਲਿਟੀ ਖਤਮ ਹੋ ਜੂਗੀ, ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਮਿਲ ਜੂਗਾ, ਵਰਕ ਪਰਮਿਟ ਕਰਕੇ ਆਪਣੀ ਜ਼ਿੰਦਗੀ ਅੱਗੇ ਵਧਾ ਸਕਦੇ ਨੇ। ਇਹ ਐਗਜ਼ਿਸਟਿੰਗ ਪ੍ਰੋਵੀਜ਼ਨ ਹੈ। ਹੁਣ ਇਹਨਾਂ ਨੂੰ ਪਰਮਾਨੈਂਟ ਕਿਵੇਂ ਕਰਿਆ ਜਾਵੇ? ਉਹ ਆਲਰੇਡੀ ਕਾਨੂੰਨ 'ਚ ਐਗਜ਼ਿਸਟਿੰਗ ਪ੍ਰੋਵੀਜ਼ਨ ਹੈਗੀ ਹੈ। ਉਹ ਹੈਗਾ ਸੈਕਸ਼ਨ 25(1). ਉਹਦੇ ਥੱਲੇ 2 ਸੈਕਸ਼ਨ ਆਉਂਦੇ। ਇੱਕ ਸੈਕਸ਼ਨ ਤਾਂ ਇਹ ਹੈਗਾ ਕਿ ਉਹਨਾਂ ਸਾਰੀਆਂ ਕੰਡੀਸ਼ਨਸ ਤੋਂ ਇੱਕ ਇੰਡੀਵਿਜੂਅਲ ਨੂੰ ਐਗਜ਼ੈਂਪਟ ਕੀਤਾ ਜਾ ਸਕਦਾ। ਮਿਨਿਸਟਰ ਆਫ ਇਮੀਗ੍ਰੇਸ਼ਨ ਕਰ ਸਕਦਾ, ਉਹਦੇ ਕੋਲ ਸਿੱਧਾ ਅਧਿਕਾਰ ਹੈ। ਉਹ ਐਗਜ਼ੈਂਪਟ ਕਰ ਸਕਦਾ ਉਹਨਾਂ ਸਾਰੀਆਂ ਕੰਡੀਸ਼ਨਸ ਨੂੰ ਜਿਹੜੀਆਂ ਪਰਮਾਨੈਂਟ ਰੈਜ਼ੀਡੈਂਸ ਲਈ ਜ਼ਰੂਰੀ ਨੇ। ਇੱਕ ਤਾਂ ਇਹ ਪ੍ਰੋਵੀਜ਼ਨ ਹੈ। ਦੂਜੀ ਪ੍ਰੋਵੀਜ਼ਨ ਹੈਗੀ ਹੈ, ਉਹ ਇੱਕ ਪਬਲਿਕ ਪਾਲਿਸੀ ਲਿਆ ਸਕਦਾ ਹੈ, ਜਿੱਥੇ ਕਿ ਉਹ ਸਾਰੇ ਜਿੰਨੇ ਇਨਐਡਮਿਸਿਬਲ ਲੋਕ ਨੇ ਉਹਨਾਂ ਨੂੰ ਇੱਕ ਨਵਾਂ ਪ੍ਰੋਗਰਾਮ ਬਣਾ ਕੇ ਪਰਮਾਨੈਂਟ ਕਰ ਸਕਦਾ। ਆਪਾਂ ਸੁਣਦੇ ਨਹੀਂ, ਮਿਨਿਸਟਰ ਨੇ ਪਬਲਿਕ ਪਾਲਿਸੀ ਬਣਾਈ, 18 ਮਹੀਨੇ ਪਰਮਿਟ ਐਕਸਟੈਂਡ ਕਰਤੇ, ਹੁਣ 40 ਘੰਟੇ ਕੰਮ ਕਰਨ ਦੀ ਇਜਾਜ਼ਤ ਦੇਤੀ। ਉਹ 'ਚ ਕੋਈ ਪਾਰਲੀਮੈਂਟ 'ਚ ਜਾ ਕੇ ਕਾਨੂੰਨ ਨਹੀਂ ਬਦਲਾਉਣਾ ਪੈਂਦਾ, ਇਹ ਹਫ਼ਤੇ ਦੇ ਵਿੱਚ ਹੋ ਜਾਂਦਾ। ਇਹ ਤਾਂ ਉਹਦੇ ਇੱਕ ਸਟਰੋਕ ਆਫ ਪੈਨ 'ਚ ਉਹਨੂੰ ਪਾਵਰ ਦਿੱਤੀ ਹੈ, ਉਹ ਇੱਕ ਸਟਰੋਕ ਆਫ ਪੈਨ ਨਾਲ ਉਹ ਪਬਲਿਕ ਪਾਲਿਸੀ ਬਣਾ ਸਕਦਾ। ਇਹ ਤਾਂ ਐਗਜ਼ਿਸਟਿੰਗ ਪ੍ਰੋਵੀਜ਼ਨਸ ਹੈਗੀਆਂ ਨੇ ਕਾਨੂੰਨ ਦੀਆਂ। ਹੁਣ ਜਿਹੜਾ ਰੌਲਾ ਕਿੱਥੇ ਹੈ ਕਿ ਇਹ ਗੱਲ ਅੱਗੇ ਕਿਉਂ ਨਹੀਂ ਆ ਰਹੀ, ਇਹਨੂੰ ਸਹੀ ਤਰ੍ਹਾਂ ਪ੍ਰੋਪਗੇਟ ਕਿਉਂ ਨਹੀਂ ਕਰਿਆ ਜਾ ਸਕਦਾ? ਉਹ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਦਾ ਵਿਜ਼ਨ ਹੈ ਨਾ, ਉਹ ਬਹੁਤ ਨੈਰੋ ਵਿਜ਼ਨ ਹੈ। ਆਪਾਂ ਦੇਖਦੇ ਹਾਂ ਕਿ ਲੋਕ ਬੋਲਦੇ ਨੇ ਜੀ ਅਸੀਂ ਧਰਨਾ ਮੁਜ਼ਾਹਰਾ ਕੀਤਾ, ਫਿਰ ਅਸੀਂ ਆਹ ਚਾਹੁੰਦੇ ਹਾਂ, ਆਹ ਹੋ ਜੇ, ਆਹ ਹੋ ਜੇ। ਉਹ ਤਾਂ ਠੀਕ ਹੈ ਜੀ, ਪਰ ਤੁਸੀਂ ਇੱਕ ਵਿਜ਼ਨ ਲੈ ਕੇ ਤਾਂ ਚੱਲੋ। ਆਪਾਂ ਕਰਾਉਣਾ ਕੀ ਹੈ ਜੀ? ਉਹਦੇ 'ਚ ਕਾਨੂੰਨ ਦਾ ਕੋਈ ਪੱਖ ਤਾਂ ਹੋਵੇ। ਜੇ ਕਾਨੂੰਨੀ ਪੱਖ ਹੋਊਗਾ ਤਾਂ ਹੀ ਉਹਦਾ ਹੱਲ ਹੋਊਗਾ। ਜਿਹੜੇ ਲੀਡਰ ਆਉਂਦੇ ਨੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸੀ ਜਾਣ ਕਿ ਆਹ ਕਾਨੂੰਨ ਨੇ ਜੀ, ਆਹ ਪ੍ਰੋਵੀਜ਼ਨਸ ਨੇ, ਕਰੋ ਤੁਸੀਂ ਕਿਉਂ ਨਹੀਂ ਕਰਦੇ ਹੈਗੇ?
ਤੁਸੀਂ ਕਰਿਆ ਕਰੋ, ਉਹਦੇ 'ਤੇ ਹੱਲ ਕਿਉਂ ਨਹੀਂ ਕਰਦੇ, ਰਿਜ਼ੋਲਵ ਕਿਉਂ ਨਹੀਂ ਕਰਦੇ, ਕੀ ਦੇਖੋਗੇ ਤੁਸੀਂ? ਉਹ ਕਹਿੰਦੇ ਜੀ ਅਸੀਂ ਦੇਖਾਂਗੇ ਇੰਡੀਵਿਜੂਅਲ ਕੇਸਿਸ ਨੂੰ। ਹੋਰ ਕਿੰਨਾ ਕੁ ਇੰਡੀਵਿਜੂਅਲ ਦੇਖਣਾ ਬਲਜਿੰਦਰ? ਇਹ ਇੰਡੀਵਿਜੂਅਲ ਮਾਮਲਾ ਨਹੀਂ ਹੈਗਾ, ਹੁਣ ਇੱਕ ਕੋਲੈਬੋਰੇਟਡ ਮਾਮਲਾ ਹੋਊਗਾ ਜਿੱਥੇ ਇੱਕ ਤੋਂ ਵੱਧ ਮਲਟੀਪਲ ਲੋਕ ਨੇ ਜਿਹੜੇ ਉਹ ਇਹਦੇ 'ਚ ਫਸੇ ਹੋਏ ਨੇ। ਮਾਫ ਕਰਨਾ, ਸ਼ਾਇਦ ਮੈਂ ਗਲਤ ਨਾ ਹੋਵੇ, ਸੋਸ਼ਲ ਮੀਡੀਆ ਜਗਮੀਤ ਸਿੰਘ ਵੀ ਬੋਲ ਰਹੇ ਸੀਗੇ, NDP ਤੋਂ ਕਹਿ ਰਹੇ ਸੀਗੇ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਆਹ ਕਰਦੇ ਹਾਂ। ਕੀ ਗੱਲ, ਐਡੇ ਵੱਡੇ ਲੀਡਰ ਨੂੰ ਪਤਾ ਰੂਲਸ ਐਂਡ ਰੈਗੂਲੇਸ਼ਨਸ ਕੀ ਹੁੰਦੇ ਆ? ਹੁਣ ਇੱਥੇ ਫਿਰ ਆਪਾਂ ਦੋ ਪੱਖ ਸੋਚ ਕੇ ਵਿਚਾਰ ਕਰੀਏ। ਪਹਿਲਾ ਪੱਖ ਹੈ ਕਿ ਸ਼ਾਇਦ ਉਹਨੂੰ ਨਹੀਂ ਪਤਾ, ਮੰਨ ਲਓ ਕਿ ਉਹਨੂੰ ਨਹੀਂ ਪਤਾ, ਮੰਨ ਗਏ, ਆਪਾਂ ਨੂੰ ਨਹੀਂ ਪਤਾ ਜੀ, ਹਾਂ, ਫਿਰ ਉਹੀ ਜਿਹੀ ਗੱਲ ਕਹੂਗਾ। ਹੁਣ ਦੂਜਾ ਪੱਖ ਹੈਗਾ ਉਹ ਕਿੰਨੇ ਚਿਰ ਤੋਂ ਲੀਡਰ ਹੈ, ਕੀ ਉਹਦੀ ਪਾਰਟੀ ਦੇ ਵਿੱਚੋਂ ਇਮੀਗ੍ਰੇਸ਼ਨ ਕ੍ਰਿਟਿਕ ਨਹੀਂ, ਕੀ ਉਹਨਾਂ ਨੂੰ ਜਾਣਕਾਰੀ ਨਹੀਂ, ਕੀ ਉਹਨਾਂ ਨੂੰ ਪ੍ਰੋਵੀਜ਼ਨ ਨਹੀਂ ਹੈਗੀਆਂ? ਜੇ ਪਤਾ ਹੈ ਫਿਰ ਇਹ ਮੀਅਰ ਆਈ ਵਾਸ਼ ਤੋਂ ਵੱਧ ਨਹੀਂ ਹੈਗਾ। ਸੇਮ ਗੋਜ਼ ਫॉर ਤੁਹਾਡਾ ਪੀਅਰ ਪੋਲੀਐਵ ਸੇਮ ਸਿਚੁਏਸ਼ਨ ਦੇ ਵਿੱਚ ਹੈਗਾ ਕਿ ਉਹਨੂੰ ਕਾਨੂੰਨ ਨਹੀਂ ਪਤਾ, ਕਿ ਉਹ ਇਹ ਨਹੀਂ ਕਰ ਸਕਦੇ। ਉਹ ਇਹ ਕਹਿੰਦੇ, ਉਹ ਵੀ ਵਾਰ-ਵਾਰ ਵਿਕਟਮ ਦੀ ਗੱਲ ਕਰਦੇ ਨੇ। ਹਾਂਜੀ ਭਾਈ, ਸਭ ਨੇ ਸੁਣ ਲਿਆ ਉਹ ਵਿਕਟਮ ਨੇ, ਅੱਗੇ ਰਿਜ਼ੋਲਵ ਵੀ ਕਰੋ। ਫਿਰ ਗੇਮ ਘੁਮਾਉਂਦੇ ਇਕੱਲੇ ਆ। ਵਾਟ ਇਜ਼ ਦ ਰੀਜ਼ਨ ਇਹ ਗੇਮ ਘੁਮਾਉਂਦੇ ਇਕੱਲੇ ਆ? ਸੀਟਾਂ ਦੀ ਖਾਤਰ, ਵੋਟਾਂ ਦੀ ਖਾਤਰ, ਪਾਵਰ ਦੀ ਖਾਤਰ। ਪਾਵਰ ਕਿਹਨੇ ਦੇਣੀ ਆ? ਇੰਡੀਵਿਜੂਅਲ ਨੇ ਦੇਣੀ ਆ ਨਾ। ਬਿਲਕੁਲ ਜੀ। ਸਾਨੂੰ ਪਤਾ ਹੁਣ ਇਸ ਵੇਲੇ ਇਕੋਨਮੀ ਡਾਮਾਡੋਲ ਪਈ ਆ, ਇਹ ਤਾਂ ਵੀ ਨਹੀਂ ਕੁਝ ਕਰਦੇ। ਜੇ ਇਹਨਾਂ ਨੂੰ ਇੰਨੇ ਜਣੋਂ ਸਟੇਜ ਦੇ ਦਿੱਤੀ, ਗਾਹਾਂ ਜੋਬਸ ਕਿੱਥੇ ਮਿਲਣਗੀਆਂ? ਸੋ ਬਹੁਤ ਕੁਝ ਚੱਲ ਰਿਹਾ ਇਸ ਵੇਲੇ, ਪਰ ਬੱਚਿਆਂ ਦਾ ਵੀ ਹੱਕ ਬਣਦਾ, ਰਾਈਟ ਬਣਦਾ ਵੀ ਅਸੀਂ ਤਾਂ ਪੇਪਰ ਦੇ ਰਹੇ ਸੀਗੇ। ਜੇ ਸਾਡੇ ਕੋਲ ਪਿੱਛੇ ਅਨਪੜ੍ਹੀਆਂ ਗਲਤੀ ਹੋ ਗਈ ਆ ਵੀ ਤੁਸੀਂ ਤਾਂ ਬਾਰ-ਬਾਰ ਸਟੈਂਪ ਲਾ ਰਹੇ ਸੀਗੇ। ਕਾਲਜਸ ਵੱਧ ਤੋਂ ਵੱਧ ਪੈਸੇ ਕਮਾ ਰਹੇ ਆ, ਕਾਲਜ ਨੂੰ ਵੀ ਪਤਾ, ਕਾਲਜ ਵੀ ਨਹੀਂ ਕੁਝ ਕਰ ਰਹੇ। ਇੱਥੇ 4x4 ਫੁੱਟ ਵਿੱਚ ਇਹਨਾਂ ਨੇ ਕਮਰੇ ਖੋਲ੍ਹੇ ਹੋਏ ਹਨ। ਬਿਲਕੁਲ ਜੀ। ਲੱਖਾਂ ਦਾ ਪੈਸੇ ਕਮਾਉਂਦੇ ਆ। ਅੱਜ ਕੱਲ੍ਹ ਮਾਇਆ ਗੇਮ ਹੋ ਗਈ। ਸੋ ਫਸੇ ਕੌਣ ਆ? ਫਸੇ ਸਟੂਡੈਂਟ ਵੀ ਫਸੇ, ਗਲਤੀ ਉਹਨਾਂ ਦੀ ਵੀ ਹੈਗੀ ਹੈ ਜੇ ਉਹਨਾਂ ਨੇ ਨਹੀਂ ਚੈੱਕ ਕੀਤਾ। ਪਰ ਇਸ ਵੇਲੇ ਫਸੇ ਹੁਣ ਕੱਢਣਾ ਕਿੱਦਾਂ? ਇੱਥੇ ਹਿਊਮਨ ਰਾਈਟਸ ਦਾ ਵੀ ਕੇਸ ਆ ਜਾਂਦਾ। ਬਿਲਕੁਲ ਜੀ। ਸੋ ਇੱਕ ਮੈਂ ਇਹਦੇ ਤੁਸੀਂ ਹੁਣ ਗੱਲ ਕੀਤੀ ਕਿ ਕਾਲਜਸ ਦੀ। ਸੋ ਇੱਥੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਨਾ, ਆਪਾਂ ਇੱਕ ਪੱਖ ਦੇਖ ਰਹੇ ਹਾਂ। ਉਹ ਪੱਖ ਦੇਖ ਰਹੇ ਹਾਂ ਕਿ ਜਿਹੜਾ ਕਿਸੇ ਦਾ ਰਿਮੂਵਲ ਹੈ ਉਹਨੂੰ ਫੈਡਰਲ ਗਵਰਨਮੈਂਟ ਕੰਟਰੋਲ ਕਰਦੀ ਹੈ, ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੰਟਰੋਲ ਕਰਦੀ ਹੈ। ਆਪਾਂ ਦੂਜਾ ਪੱਖ ਸ਼ਾਇਦ ਹਾਈਲਾਈਟ ਨਹੀਂ ਕਰ ਰਹੇ। ਉਹ ਦੂਜਾ ਪੱਖ ਕੀ ਹੈ? ਕਾਲਜਸ ਨੂੰ ਤਾਂ ਨਹੀਂ ਫੈਡਰਲ ਗਵਰਨਮੈਂਟ ਕੰਟਰੋਲ ਕਰਦੀ ਬਲਜਿੰਦਰ, ਕਾਲਜਸ ਨੂੰ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਕੰਟਰੋਲ ਕਰਦੀ ਹੈ। ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚੋਂ ਜਿਹੜਾ ਮਿਨਿਸਟਰ ਆਫ ਹਾਇਰ ਐਜੂਕੇਸ਼ਨ ਸੀ ਕਾਲਜ ਯੂਨੀਵਰਸਿਟੀ, ਰੌਬ ਰੋਮਾਨੋ, ਉਹਦਾ ਬਿਆਨ ਪੜ੍ਹ ਕੇ ਦੇਖੋ ਤੁਸੀਂ। ਉਹ ਬਿਆਨ ਇਹ ਕਹਿੰਦਾ ਜਿਹੜੇ ਕਾਲਜ ਉਹ ਛੋਟੇ ਖੁੱਲ੍ਹੇ ਨੇ, ਇਹ ਬਹੁਤ ਐਂਟਰਪ੍ਰੇਨਿਓਰੀਅਲ ਹੈਗੇ ਨੇ, ਇਹ ਬਹੁਤ ਐਂਟਰਪ੍ਰੇਨਿਓਰ ਨੇ। ਕਹਿੰਦਾ ਇਹ ਪੜ੍ਹਾਈ ਕਿੱਦਾਂ ਬਿਜ਼ਨਸ ਬਣਨ ਲੱਗ ਗਈ। ਜਿੱਦਾਂ ਆਪਾਂ ਪੜ੍ਹਾਈ ਨੂੰ ਬਿਜ਼ਨਸ ਬਣਾਉਣਾ ਸ਼ੁਰੂ ਕਰ ਲਾਂਗੇ, ਉੱਦਾਂ ਫਿਰ ਆਹੀ ਕੁਛ ਹੋਊਗਾ। ਹੁਣ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ, ਜਿਹੜਾ ਮੈਂ 2015 ਤੋਂ ਲਗਾਤਾਰ ਚੱਕਦਾ ਆ ਰਿਹਾ, ਉਹ ਇਹ ਹੈਗਾ ਕਿ ਜਿਹੜੇ ਕਾਲਜ ਨੇ, ਹੁਣ ਸਡਬਰੀ ਦਾ ਕੋਈ ਕਾਲਜ ਹੈ, ਕੋਈ ਥੰਡਰ ਬੇ ਦਾ ਕਾਲਜ ਹੈ, ਕੋਈ ਸੂਸੇਮਰੀ ਦਾ ਕਾਲਜ ਹੈ, ਉਹਦਾ ਕੈਂਪਸ ਬਰੈਂਪਟਨ 'ਚ ਕਿਉਂ ਹੈ? ਉਹਦਾ ਕੈਂਪਸ ਸਡਬਰੀ 'ਚ ਕਿਉਂ ਨਹੀਂ ਹੈਗਾ? ਉਹਦਾ ਕੈਂਪਸ ਥੰਡਰ ਬੇ 'ਚ ਕਿਉਂ ਨਹੀਂ ਹੈਗਾ? ਉਹਦਾ ਕੈਂਪਸ ਸੂਸੇਮਰੀ 'ਚ ਕਿਉਂ ਨਹੀਂ ਹੈਗਾ? ਜਿਹੜੇ ਕਮਿਊਨਿਟੀ ਕਾਲਜਸ ਨੇ, ਜਿਹੜੇ ਮੇਰੇ ਤੁਹਾਡੇ ਟੈਕਸ ਪੇਅਰ ਦੇ ਡਾਲਰ ਨਾਲ ਚੱਲਦੇ ਨੇ, ਉਹ ਸਡਬਰੀ 'ਚ ਕਾਲਜ ਬਣਾਇਆ ਕਿਉਂ ਸੀ? ਉਹ ਇਸ ਲਈ ਬਣਾਇਆ ਸੀ ਕਿ ਸਡਬਰੀ ਦੀ ਤਰੱਕੀ ਹੋਵੇ। ਉਹ ਥੰਡਰ ਬੇ 'ਚ ਇਸ ਲਈ ਬਣਾਇਆ ਸੀ ਕਿਉਂਕਿ ਥੰਡਰ ਬੇ ਦੀ ਤਰੱਕੀ ਹੋਵੇ। ਸੂਸੇਮਰੀ ਜਿਸ ਕਰਕੇ ਬਣਾਇਆ ਸੀ, ਸੂਸੇਮਰੀ ਦੀ ਤਰੱਕੀ ਹੋਵੇ। ਪਰ ਇੱਥੇ ਦਾ ਪ੍ਰੋਬਲਮ ਆ ਰਹੀ ਹੈ। ਜਦੋਂ ਜੀਸਨ ਕੇ ਨੇ ਵੀ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨਾਲ ਗੱਲ ਕੀਤੀ ਸੀ, ਤੁਹਾਨੂੰ ਪਾਪੂਲੇਸ਼ਨ ਚਾਹੀਦੀ ਹੈ ਥੰਡਰ ਬੇ। ਬਿਲਕੁਲ। ਸੋ ਤੁਸੀਂ ਉਹਨੂੰ ਮੈਨੇਜ ਨਹੀਂ ਕਰ ਰਹੇ। ਥੰਡਰ ਬੇ ਦੀ ਐਪਲੀਕੇਸ਼ਨ ਭਰੀ ਜਾ ਰਹੇ ਬੱਚੇ, 5 ਸਾਲ ਵਾਲੇ ਟ੍ਰਾਂਸਫਰ ਹੋ ਕੇ ਬਰੈਂਪਟਨ ਆ ਰਹੇ ਆ। ਬਿਲਕੁਲ ਜੀ। ਪ੍ਰੋਬਲਮ ਕਿੱਥੇ ਪੈ ਰਹੀ ਆ? ਪ੍ਰੋਬਲਮ ਪੈ ਰਹੀ ਹੈ ਪ੍ਰੋਵਿੰਸ਼ੀਅਲ ਸਰਕਾਰ ਦੀ। ਸੋ ਇਹ ਗਲਤੀ ਪਿਛਲੀ ਜਿਹੜੀ ਡਗ ਫੋਰਡ ਤੋਂ ਪਹਿਲਾਂ ਸਰਕਾਰ ਸੀ, ਉਹਦੇ 'ਚ ਪ੍ਰੋਬਲਮ ਸ਼ੁਰੂ ਹੋਈ। ਉੱਥੇ ਇਲੀਗਲ ਕੰਟਰੈਕਟ ਕਰਨ ਦਿੱਤੇ ਗਏ ਜਿਹੜੇ ਪਬਲਿਕ ਫੰਡਡ ਕਾਲਜ ਨੇ, ਕਮਿਊਨਿਟੀ ਕਾਲਜ ਨੂੰ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਨਾਲ ਕਿ ਤੁਸੀਂ ਸਾਡਾ ਕੋਰਸ ਇੱਥੇ ਪੜ੍ਹਾਓ ਤਾਂ ਕੈਂਪਸ ਉਹਦਾ ਬਰੈਂਪਟਨ 'ਚ ਹੋਊਗਾ। ਸੋ ਡਿਗਰੀ ਕੌਣ ਦੇ ਰਿਹਾ? ਕਾਲਜ ਜਿਹੜਾ ਬਾਹਰ ਹੈ। ਨਿਆਣੇ ਪੜ੍ਹ ਕਿੱਥੇ ਰਹੇ ਨੇ? ਉਹ ਛੋਟੇ ਜਿਹੇ ਕਮਰੇ 'ਚ ਇੱਥੇ। ਅਤੇ ਉਹ ਤੋਂ ਬਾਅਦ ਉਹਨੇ ਦੇਖਿਆ ਕਿ ਇਹ ਪ੍ਰੋਬਲਮੈਟਿਕ ਹੈ। ਉਦੋਂ ਮਿਟਸੀ ਹੰਟਰ ਹਾਇਰ ਐਜੂਕੇਸ਼ਨ ਮਿਨਿਸਟਰ ਸੀ, ਤਾਂ ਉਹਨੇ ਇਹ ਕਿਹਾ ਕਿ ਇਹ ਗਲਤ ਜਿਹੜੇ ਸਮਝੌਤੇ ਹੋਏ ਨੇ, ਇਹ ਬਿਲਕੁਲ ਸਹੀ ਨਹੀਂ ਹੈਗਾ। ਉਹਨੇ ਮੋਰਾਟੋਰੀਅਮ ਲਾਤਾ ਕਿ ਸੈਪਟੰਬਰ ਤੋਂ ਬਾਅਦ ਇਹਨਾਂ 'ਚ ਐਡਮਿਸ਼ਨਸ ਨਹੀਂ ਹੋਣਗੀਆਂ ਅਤੇ ਇਹ ਜਿਹੜਾ ਕਾਲਜ ਹੈ ਉਹ ਉੱਥੇ ਜਾ ਕੇ ਹੀ ਪੜ੍ਹਾਵੇ, ਉਹ ਇੱਥੇ ਦਾ ਕੋਈ ਮਤਲਬ ਨਹੀਂ ਹੈਗਾ ਸੀ। ਹੁਣ ਉਹ ਤੋਂ ਬਾਅਦ ਡਗ ਫੋਰਡ ਦੀ ਸਰਕਾਰ ਆ ਗਈ।
ਡਗ ਫੋਰਡ ਦੀ ਸਰਕਾਰ ਨੇ ਉਹ ਮੋਰਾਟੋਰੀਅਮ ਮਾਰਿਆ ਚਲਾ ਕੇ ਪਾਸੇ, ਰਾਦਰ ਕੇ ਹੋਰਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇਤੀ ਕਿ ਤੁਸੀਂ ਇੱਥੇ ਆਓ ਤੇ ਇੱਥੇ ਕੋਰਸ ਪੜ੍ਹਾਓ, ਚਾਹੇ ਉਹ ਕਾਲਜ ਕਿਤੇ ਵੀ ਨੇ, ਪਰ ਉਹਦਾ ਕੋਰਸ ਬਰੈਂਪਟਨ, ਮਿਸਾਗਾ, ਸਕਾਰਬਰੋ ਉੱਥੇ ਰਨ ਹੋਵੇ। ਹੁਣ ਉਹਦੇ ਨਾਲ ਕੀ ਹੋਇਆ ਹੈ ਕਿ ਆਪਾਂ ਜੇ ਬਰੈਂਪਟਨ ਦੀ ਗੱਲ ਕਰੀਏ, ਆਪਣੇ ਕੋਲ ਕਿਹੜਾ ਕਾਲਜ ਹੈ? ਸ਼ੈਰਡਨ ਕਾਲਜ ਹੈ। ਕਿੰਨੇ ਕੁ ਲੋਕ ਪੜ੍ਹਨ ਆ ਜਾਣਗੇ ਜੀ ਉੱਥੇ? ਇਹ 13 ਇਹੋ ਜਿਹੇ ਇੰਸਟੀਟਿਊਸ਼ਨਸ ਨੇ ਬਲਜਿੰਦਰ ਬਰੈਂਪਟਨ ਦੇ ਵਿੱਚੋਂ, ਜਿਹਦੇ ਕਰਕੇ ਇੰਨੀ ਭੀੜ ਆਪਾਂ ਨੂੰ ਦਿਸਦੀ ਹੈਗੀ ਹੈ। ਹਰ ਸੈਸ਼ਨ 'ਚ 15,000 ਐਡਮਿਸ਼ਨ ਹੁੰਦੀ ਹੈ। 3 ਸੈਸ਼ਨ ਹੋ ਗਏ, ਹਰ ਸਾਲ 'ਚ ਆਪਾਂ 45,000 ਪਾਪੂਲੇਸ਼ਨ ਹੈ ਉਹ ਵਧਾ ਦਿੰਦੇ ਹਾਂ। ਅਤੇ ਹੁਣ ਇੰਨੇ ਸਾਲਾਂ ਤੋਂ ਇਹ ਵੱਧਦੀ ਆ ਰਹੀ ਹੈ 45,000 ਦੇ ਹਿਸਾਬ ਨਾਲ। ਹੁਣ ਤੁਸੀਂ ਦੇਖੋ ਕਿੱਥੇ ਹੈ। ਅਤੇ ਸਿਟੀ ਇਹ ਗੱਲ ਨੂੰ ਰਿਸੋਰਸਿਸ ਕਿਉਂ ਆਉਣਗੇ? ਪਬਲਿਕ ਟਰਾਂਸਪੋਰਟ ਵਧੂਗੀ? ਨਹੀਂ ਵਧੂਗੀ। ਤਾਂ ਪੁਲਿਸ ਸਰਵਿਸਿਜ਼ ਚਾਹੀਦੀਆਂ ਨੇ, ਕ੍ਰਿਮੀਨਲ ਜਸਟਿਸ ਸਿਸਟਮ ਲਈ ਚਾਹੇ ਆਪਾਂ ਨੂੰ ਰਿਸੋਰਸਿਸ ਚਾਹੀਦੇ ਨੇ, ਉਹ ਤਾਂ ਵਧੇ ਹੀ ਨਾ। ਕਿਉਂਕਿ ਜਿਹੜਾ ਫਾਇਦਾ ਲੈ ਰਿਹਾ ਉਹ ਲੈ ਰਿਹਾ ਜਿਹੜਾ ਕਾਲਜ ਚਲਾਉਣ ਵਾਲਾ ਹੈ, ਅਤੇ ਜਿਹੜਾ ਉੱਥੇ ਕਾਲਜ ਬੈਠਾ ਹੈ ਉਹਨੂੰ ਕੋਈ ਫਾਇਦਾ ਹੋ ਨਹੀਂ ਰਿਹਾ, ਕਿਉਂਕਿ ਪੈਸੇ ਤਾਂ ਉਰੀ ਕਮਾਏ ਜਾ ਰਹੇ ਨੇ। ਉਹ ਸ਼ਹਿਰ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਹੁਣ ਜੇ ਤੁਸੀਂ ਸੋਚੋ, ਇਹ ਵੰਡ ਕੇ ਇੰਨੇ ਲੋਕ ਉਹਨਾਂ ਛੋਟੇ ਸ਼ਹਿਰਾਂ 'ਚ ਜਾਂਦੇ, ਉੱਥੇ ਵੀ ਤਰੱਕੀਆਂ ਹੁੰਦੀਆਂ, ਉੱਥੇ ਵੀ ਘਰ ਜਿਹੜੇ ਹੋਰ ਲੋਕਾਂ ਨੂੰ ਲੋੜ ਪੈਣੀ ਸੀ, ਉੱਥੇ ਵੀ ਰੈਸਟੋਰੈਂਟਸ ਹੋਣੇ ਸੀ, ਉੱਥੇ ਵੀ ਪਬਲਿਕ ਟਰਾਂਸਪੋਰਟ ਹੋਣੀ ਸੀ, ਆਪੇ ਆਪ ਤਰੱਕੀ ਹੋਣੀ ਸੀ। ਇੰਨੀ ਮਹਿੰਗਾਈ ਵੀ ਨਹੀਂ ਹੋਣੀ ਸੀ, ਇੰਨਾ ਟ੍ਰੈਫਿਕ ਵੀ ਨਹੀਂ ਹੋਣਾ ਸੀ, ਇੰਨਾ ਕ੍ਰਾਈਮ ਵੀ ਨਹੀਂ ਹੋਣਾ ਸੀ। ਇਹ ਸਾਰਾ ਕੁਛ ਉਸ ਸੀ। ਹੁਣ ਉਹ ਤੋਂ ਬਾਅਦ ਡਗ ਫੋਰਡ ਦੀ ਨਵੀਂ ਸਰਕਾਰ ਆ ਗਈ, ਪਿਛਲਾ ਸੈਸ਼ਨ ਖਤਮ ਹੋ ਗਿਆ, ਹੁਣ ਨਵੀਂ ਆ ਗਈ। ਹੁਣ ਉਹਦੀ ਆਡੀਟਰ ਜਨਰਲ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਇਹ ਕਾਲਜ ਚੱਲ ਰਹੇ ਨੇ ਬਿਲਕੁਲ ਸਹੀ ਨਹੀਂ ਹੈਗੇ। ਉਹ ਆਡੀਟਰ ਜਨਰਲ ਦੀ ਰਿਪੋਰਟ ਦੇ ਉੱਤੇ ਵੀ ਕੋਈ ਅਸਰ ਨਹੀਂ ਕਰਿਆ। ਸੋ ਇਕੱਲਾ ਇਹ ਐਸਪੈਕਟ ਨਾ ਸੋਚੀਏ ਕਿ ਇਹਦੇ 'ਚ ਫੈਡਰਲ ਗਵਰਨਮੈਂਟ ਦਾ ਰੋਲ ਹੈ, ਇਹ 'ਚ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਵੀ ਓਨਾ ਹੀ ਰੋਲ ਹੈ। ਸੋ ਉਹ ਰੋਲ ਨੂੰ ਕੋਈ ਸਾਰੇ ਲੋਕ ਇਗਨੋਰ ਕਰ ਰਹੇ ਨੇ। ਹੁਣ ਇੱਕ ਹੋਰ ਐਸਪੈਕਟ ਇਹ 'ਚ ਮੈਂ ਨਾਲ ਲਿਆਉਣਾ ਚਾਹੁੰਦਾ। ਉਹ ਐਸਪੈਕਟ ਕੀ ਹੈ ਕਿ ਇੰਡੀਅਨ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈਗਾ। ਹੁਣ ਇਹ ਨੋਨ ਫੈਕਟ ਹੈ, ਇਹ ਨੋਨ ਫੈਕਟ ਹੈ। ਸਾਰੇ ਲੋਕ ਇਹ ਬਾਰ-ਬਾਰ ਕਹਿ ਰਹੇ ਨੇ, ਚਾਹੇ ਆਪਣਾ ਪ੍ਰਾਈਮ ਮਿਨਿਸਟਰ ਹੈ, ਲੀਡਰ ਆਫ ਆਪੋਜੀਸ਼ਨ, ਹਰੇ ਕਹਿ ਰਿਹਾ ਕਿ ਇੱਕ ਬੰਦਾ ਸੀ, ਉਹਨੇ ਝੂਠੀਆਂ ਚਿੱਠੀਆਂ ਲਾਈਆਂ ਅਤੇ ਉਹ ਝੂਠੀਆਂ ਚਿੱਠੀਆਂ ਲਾ ਕੇ ਉਰੇ ਆ ਗਏ, ਇਹ ਸਾਰੇ ਵਿਕਟਮ ਨੇ। ਹੁਣ ਜੇ ਵਿਕਟਮ ਨੇ ਤਾਂ ਪਰਪੈਚੁਏਟਰ ਕੌਣ ਹੈ? ਤਾਂ ਉੱਥੇ ਹੈ ਨਾ ਜੀ। ਜਦੋਂ ਅਸੀਂ ਕੋਰਟ 'ਚ ਉਹਦੇ ਖਿਲਾਫ ਪੁਲਿਸ ਨੂੰ ਕੀਤੀ ਹੋਈ ਕੰਪਲੇਂਟ ਲੈ ਕੇ ਜਾਂਦੇ ਹਾਂ, ਤਾਂ ਜਿਹੜਾ ਸਰਕਾਰੀ ਵਕੀਲ ਇਹ ਕਹਿੰਦਾ ਹੈ ਵੀ ਇਹ ਤਾਂ ਕੰਪਲੇਂਟ ਹੈ, ਇਹ ਬੰਦੇ ਨੂੰ ਕਿਹੜਾ ਚਾਰਜ ਕਰਿਆ ਕਿਸੇ ਨੇ ਪੰਜਾਬ 'ਚ, ਇਹ ਬੰਦੇ ਦੀ ਕਿਹੜਾ ਕਨਵਿਕਸ਼ਨ ਹੋਈ ਹੈ। ਸੋ ਪੰਜਾਬ ਗਵਰਨਮੈਂਟ ਦਾ ਰੋਲ ਕੀ ਹੈ ਕਿ ਉਹਨੂੰ ਚਾਰਜ ਕਰਨ, ਫਾਸਟ ਟਰੈਕ ਕੋਰਟ ਦੇ ਵਿੱਚ ਉਹ 'ਤੇ ਮੁਕੱਦਮਾ ਚਲਾ ਕੇ ਉਹਦੀ ਕਨਵਿਕਸ਼ਨ ਹੋਵੇ। ਜੇ ਕਨਵਿਕਸ਼ਨ ਹੋ ਜਾਂਦੀ ਹੈ, ਆ ਸਾਰੇ ਮਾਮਲੇ ਖਤਮ ਹੋ ਜਾਣਗੇ। ਉਹਦਾ ਮਤਲਬ ਇਹ ਹੈ ਕਿ ਇਹਨਾਂ ਲੋਕਾਂ ਨੇ ਤਾਂ ਕੋਈ ਗਲਤੀ ਨਹੀਂ ਕੀਤੀ, ਜਿਹਨੂੰ ਗਲਤੀ ਕੀਤੀ ਹੈ ਉਹਨੂੰ ਉਹਦੀ ਸਜ਼ਾ ਮਿਲ ਗਈ, ਉਹਦੇ 'ਤੇ ਕੋਈ ਵਿਚਾਰ ਨਹੀਂ ਹੋ ਸਕਦਾ। ਪਰ ਉਹਨਾਂ ਦਾ ਕੀ ਕਰੀਏ, ਉਹ ਤਾਂ ਆਪ ਝੂਠੀਆਂ ਡਿਗਰੀਆਂ ਲਈ ਬੈਠੇ ਆ। ਉਹ ਇੱਕ ਡਿਫਰੈਂਟ ਐਸਪੈਕਟ ਹੈ ਤਾਂ ਡਿਫਰੈਂਟ ਆ, ਪਰ ਉਹ ਆਪ ਨਹੀਂ ਕੁਝ ਕਰਨਾ ਨਹੀਂ ਚਾਹੀਦਾ, ਕੋਈ ਆਪ ਖੁਦ ਫਸੇ ਹੋਏ ਹਨ। ਹੁਣ ਦੂਜਾ ਐਸਪੈਕਟ ਸੋਚੋ। ਉਹ ਦੂਜਾ ਐਸਪੈਕਟ ਕੀ ਹੈ ਉੱਥੇ? ਮੰਨ ਲਓ ਪੰਜਾਬ ਗਵਰਨਮੈਂਟ ਇਨਕੰਪੀਟੈਂਟ ਹੈ, ਤੁਸੀਂ ਕਿਹਾ ਜੀ, ਤੇ ਉਹ ਨਹੀਂ, ਸਾਰੇ ਨਹੀਂ, ਹਾਂ ਸਾਰੀ ਗਵਰਨਮੈਂਟ ਜੇ ਮੁਕੱਦਮਾ ਨਹੀਂ ਚਲਾ ਰਹੇ, ਸਾਰੀ ਗਵਰਨਮੈਂਟ ਇਨਕੰਪੀਟੈਂਟ ਹੈ, ਕਿਉਂਕਿ ਉਹਨੂੰ ਚਲਾਉਣਾ ਚਾਹੀਦਾ ਜੀ। ਜੇ ਬਾਰ-ਬਾਰ ਕਹੀ ਜਾ ਰਹੇ ਹੋ ਕਿ ਇਹਨੇ ਧੋਖਾ ਕਰਿਆ ਤਾਂ ਮੁਕੱਦਮਾ ਚਲਾਓ। ਹੁਣ ਮੰਨ ਲਓ ਇਨਕੰਪੀਟੈਂਟ ਨੇ, ਤਾਂ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਦੇ ਕੋਲ ਤਾਂ CBI ਹੈਗਾ, ਉਹਦੇ ਕੋਲ ਤਾਂ ਬਿਊਰੋ ਆਫ ਇਨਵੈਸਟੀਗੇਸ਼ਨ ਹੈ। ਉਹ ਕਿਉਂ ਨਹੀਂ ਇਸ ਦਾ ਸੂ ਮੋਟੋ ਨੋਟਿਸ ਲੈਂਦੇ, ਕੋਗਨੈਂਸ ਲੈਂਦੇ, ਅਤੇ ਕਿਉਂ ਨਹੀਂ ਉਹ CBI ਤੋਂ ਇਨਵੈਸਟੀਗੇਟ ਕਰਾ ਕੇ ਉਹ 'ਤੇ ਫਾਸਟ ਟਰੈਕ ਕੋਰਟ 'ਚ ਚਾਰਜਰ ਲਿਆ ਕੇ ਉਹਨੂੰ ਮੁਕੱਦਮਾ ਕਰਦੇ? ਇਹ ਉਹਨਾਂ ਦਾ ਵੀ ਰੋਲ ਓਨਾ ਹੀ ਆ। ਹਾਂ, ਜੇ ਉਹਦੀ ਕਨਵਿਕਸ਼ਨ ਹੋ ਜਾਂਦੀ ਹੈ, ਜਿੰਨੇ ਮੁਕੱਦਮੇ ਉਰੇ ਚੱਲਦੇ ਨੇ, ਹਾਂ ਉਹ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਜੱਜ ਇਹੀ ਵਿਊ ਲਊਗਾ ਕਿ ਹਾਂਜੀ ਇਹ ਜਿਹੜਾ ਇਨੋਸੈਂਟ ਮਿਸਟੇਕ ਹੈ ਉਹ ਇਸ ਬੰਦੇ ਤੋਂ ਹੋਈ ਹੈ, ਨਾ ਕਿ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ। ਸੋ ਇਹ ਜੋ ਕੁਛ ਚੱਲ ਰਿਹਾ ਸਾਨੂੰ ਸਿੱਖਣ ਨੂੰ ਬਹੁਤ ਕੁਝ ਦੇਵੇਗਾ। ਕਰਨਾ ਕਿ ਨਹੀਂ ਕਰਨਾ ਇਹ ਹੁਣ ਸਰਕਾਰਾਂ 'ਤੇ ਛੱਡ ਦਿੰਦੇ ਹੈਗੇ ਆ। ਬੱਚਿਆਂ ਨੂੰ ਵੀ ਜਦੋਂ ਇੰਡੀਆ 'ਚ ਹੁੰਦੇ ਆ ਖੁਦ ਸੋਚਣਾ ਚਾਹੀਦਾ, ਕਰਨਾ ਚਾਹੀਦਾ ਵੀ ਜਿੱਥੇ ਮੈਂ ਐਪਲੀਕੇਸ਼ਨ ਲਾ ਰਿਹਾ ਕੀ ਉਹ ਕਾਲਜ ਹੈਗਾ, ਕੀ ਉਹ ਕਾਲਜ ਵਿੱਚ ਜੇ ਮੈਂ ਪਾਸ ਕੀਤਾ ਮੈਨੂੰ ਉੱਥੇ ਕੋਈ ਵਰਕ ਪਰਮਿਟ ਮਿਲ ਸਕਦਾ। ਖੁਦ ਥੋੜ੍ਹੀ ਆਪਣੀ ਵੀ ਡਿਊ ਡਿਲੀਜੈਂਸ ਬੱਚਿਆਂ ਨੂੰ ਵੀ ਕਰਨੀ ਚਾਹੀਦੀ ਹੈਗੀ ਇੱਥੇ। ਬਿਲਕੁਲ ਜੀ, ਜਿਹੜਾ ਕਾਨੂੰਨ ਹੈ ਉਹ ਵੀ ਡਿਊਟੀ ਆਫ ਕੈਂਡਰ ਬਾਰੇ ਕਹਿੰਦਾ। ਡਿਊਟੀ ਆਫ ਕੈਂਡਰ ਹੈ ਕਿ ਤੁਸੀਂ ਦੇਖੋ ਜੋ ਤੁਸੀਂ ਕਰ ਰਹੇ ਹੋ ਸਹੀ ਹੈਗਾ ਕਿ ਨਹੀਂ ਹੈਗਾ, ਉਹ ਸੱਚ ਹੈਗਾ ਕਿ ਨਹੀਂ ਹੈਗਾ। ਪਰ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਜਿਹੜਾ ਸਟੂਡੈਂਟ ਹੈ ਉਹ ਗ੍ਰੇਡ 12 ਤੋਂ ਉਰੇ ਆ ਰਿਹਾ ਹੈ, ਉਹ ਸੋਫਿਸਟੀਕੇਟਡ ਨਹੀਂ ਹੈਗਾ ਬਲਜਿੰਦਰ। ਇਹ ਮੈਂ ਕੇਸ ਦੇ ਵਿੱਚ ਆਰਗੂਮੈਂਟ ਵੀ ਦਿੱਤਾ। ਠੀਕ ਹੈ, ਮੈਂ ਤੁਹਾਨੂੰ ਰੋਕਣਾ ਚਾਹੁੰਦਾ। ਹੁਣ ਇੱਥੇ ਇਹ ਵੀ ਕਹਿ ਸਕਦੇ ਆ ਵੀ ਸਾਡੀ ਗਲਤੀ ਮੰਨ ਲਈ, ਤੁਹਾਡੀ ਗਲਤੀ ਤੁਸੀਂ ਮੰਨ ਲਓ ਤੇ ਜਾਓ ਵਾਪਸ। ਰੋਕ ਕਿੱਦਾਂ ਸਕਦੇ ਬੱਚੇ? ਇਹ ਬੱਚੇ ਰੋਕ ਕਿੱਦਾਂ ਸਕਦੇ ਆ? ਬਿਲਕੁਲ ਜੀ, ਉਹ ਆਪਾਂ ਆਲਰੇਡੀ ਪ੍ਰੋਵੀਜ਼ਨਸ ਮੈਂ ਤੁਹਾਨੂੰ ਦੱਸੀਆਂ ਨੇ। ਉਹ ਸਰਕਾਰ ਨਹੀਂ ਕਰਨਾ, ਉਹ ਕਿਸੇ ਨੇ ਨਹੀਂ ਕਰਨਾ। ਕੋਰਟ ਨੇ ਤਾਂ ਸਬੂਤ ਦੇਖ ਕੇ ਫੈਸਲਾ ਦੇਣਾ, ਉਹ ਜੱਜਸ ਦੇ ਰਹੇ ਨੇ। ਪਰ ਜਿਹੜਾ ਅਲਟੀਮੇਟ ਕੰਮ ਹੈ ਉਹ ਜਿਹੜੀ ਸਮੇਂ ਦੀ ਸਰਕਾਰ ਹੈ ਉਹਨੇ ਕਰਨਾ। ਇੱਥੇ ਮੈਂ ਆਪ ਜੀ ਨੂੰ ਕੀ ਦੱਸਿਆ, ਸੋਫਿਸਟੀਕੇਸ਼ਨ ਬਾਰੇ ਦੱਸਣ ਲੱਗਿਆ। ਮੈਂ ਆਰਗੂਮੈਂਟ ਕੀ ਹੈ, ਉਹ ਆਰਗੂਮੈਂਟ ਇਹ ਹੈਗਾ ਕਿ ਗ੍ਰੇਡ 12 ਤੋਂ ਬਾਅਦ ਜਿਹੜਾ ਉਹ ਸਟੂਡੈਂਟ ਆ ਰਿਹਾ ਉਹਨੇ
ਤਾਂ ਅੱਜ ਤੱਕ ਉਹ ਕਦੇ ਚਿੱਠੀ ਦੇਖੀ ਨਹੀਂ, ਉਹਨੂੰ ਕਿਵੇਂ ਪਤਾ ਇਹ ਚਿੱਠੀ ਝੂਠੀ ਹੈ ਜਾਂ ਸੱਚੀ ਹੈ? ਉਹਨੇ ਤਾਂ ਦੇਖੀ ਨਹੀਂ ਕਦੇ, ਉਹ ਤਾਂ ਸਕੂਲ 'ਚੋਂ ਸਿੱਧਾ ਆ ਰਿਹਾ। ਦੂਜੇ ਪਾਸੇ ਜਿਹੜਾ ਵੀਜ਼ਾ ਆਫਿਸਰ ਹੈ ਉਹ ਤਾਂ ਉਹੀ ਜਿਹੀਆਂ ਹਜ਼ਾਰਾਂ ਚਿੱਠੀਆਂ ਦੇਖਦਾ, ਉਹ ਤਾਂ ਸੋਫਿਸਟੀਕੇਟਡ ਟ੍ਰੇਨਡ ਹੈ ਟੂ ਲੁੱਕ ਫॉर दैट। ਉਹਨੇ ਕਿਵੇਂ ਇਗਨੋਰ ਕਰਤਾ? ਫਿਰ ਉਹ ਤੋਂ ਬਾਅਦ ਜਿਹੜਾ ਉਹ CBSE ਆਫਿਸਰ ਹੈ ਇਹ ਉਹ ਜਿਹੀਆਂ ਹਜ਼ਾਰ ਚਿੱਠੀਆਂ ਦੇਖਦਾ, ਇਹ ਟ੍ਰੇਨਡ ਹੈ, ਸੋਫਿਸਟੀਕੇਟਡ ਹੈ ਉਹ ਮਾਮਲੇ ਨੂੰ ਦੇਖਣ ਲਈ, ਇਹਨੇ ਕਿਵੇਂ ਕਰਤਾ? ਫਿਰ ਆਪਾਂ ਕਿਵੇਂ ਐਕਸਪੈਕਟ ਕਰਦੇ ਹਾਂ ਕਿ ਉਹ ਗ੍ਰੇਡ 12 ਤੋਂ ਜਿਹੜਾ ਸਟੂਡੈਂਟ ਹੋ ਰਿਹਾ ਆ ਰਿਹਾ ਉਹ ਇੰਨਾ ਸੋਫਿਸਟੀਕੇਟਡ ਹੋਵੇ, ਉਹਨੂੰ ਪਤਾ ਹੋਵੇ ਚਿੱਠੀ ਸੱਚੀ ਹੈ ਕਿ ਝੂਠੀ ਹੈ? ਸੋ ਜਿਹੜਾ ਓਵਰਆਲ ਸਿਸਟੈਮਿਕ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਦੁਬਾਰੇ ਇਹੋ ਜਿਹਾ ਕੁਛ ਨਾ ਹੋਵੇ। ਸੋ ਇਹਨਾਂ ਬੱਚਿਆਂ ਦਾ ਕੀ ਬਣੂਗਾ? ਤੁਹਾਨੂੰ ਕੀ ਲੱਗਦਾ ਇਹਨਾਂ ਨੂੰ ਵਾਪਸ ਭੇਜਿਆ ਜਾਵੇਗਾ? ਕੀ ਹੋ ਸਕਦਾ ਜਿੱਥੇ ਕਰ ਆਪਾਂ ਖੜੇ ਹੁਣ ਇਸ ਵੇਲੇ? ਜੇ ਉਹ ਕੋਈ ਨਾ ਕੋਈ ਨਤੀਜਾ ਮੰਗਦੇ ਸਾਨੂੰ, ਕੋਈ ਨਾ ਕੋਈ ਲਾਈਟ ਦਿਸੇ, ਕਿੱਧਰੋਂ ਲਾਈਟ ਦਿਸ ਰਹੀ ਆ ਵਾਪਸ ਜਾਣ ਦੀ ਕਿ ਇੱਥੇ ਇਹਨੂੰ ਰੱਖਣ ਦੀ? ਸੋ ਜਿਹੜੀ ਲਾਈਟ ਹੈ ਉਹ ਦਿਖਾਉਣੀ ਹੈ ਸਮੇਂ ਦੀ ਸਰਕਾਰ ਨੇ ਜੀ। ਪੀਅਰ ਪੋਲੀਐਫ ਕੁਛ ਨਹੀਂ ਕਰ ਸਕਦਾ, ਜਗਮੀਤ ਸਿੰਘ ਕੁਛ ਨਹੀਂ ਕਰ ਸਕਦਾ। ਕਰ ਕੌਣ ਸਕਦਾ ਹੈ? ਉਹ ਕਰ ਸਕਦਾ ਮਾਰਕੋ ਮੈਂਸਡੀਨੋ ਜਿਹੜਾ CBSE ਦਾ ਮਿਨਿਸਟਰ ਹੈ, ਜਿਹੜੇ ਕੇਸ ਚੱਲਦੇ ਨੇ ਉਹਨਾਂ ਨੂੰ ਵਾਪਸ ਲੈ ਲੇ, ਇੱਕ ਇਹ ਕਰ ਸਕਦਾ। ਦੂਜਾ ਕਰ ਸਕਦਾ ਮਿਨਿਸਟਰ ਆਫ ਇਮੀਗ੍ਰੇਸ਼ਨ ਕਿ ਜਿਹੜੇ ਇਨਐਡਮਿਸਿਬਲ ਲੋਕ ਨੇ ਉਹ ਆਲਰੇਡੀ ਸੈਕਸ਼ਨ 24 ਤੇ ਸੈਕਸ਼ਨ 25 ਪ੍ਰੋਵੀਜ਼ਨਸ ਆਲਰੇਡੀ ਐਗਜ਼ਿਸਟ ਕਰਦੀਆਂ ਨੇ, ਉਹਨਾਂ 'ਚੋਂ ਫੈਸਲਾ ਕਰੇ। ਸੋ ਉਹ ਦੋ ਬੰਦੇ ਨੇ ਜਿਹੜਾ ਕੁਛ ਕਰ ਸਕਦੇ ਨੇ, ਹੋਰ ਕੋਈ ਨਹੀਂ ਕੁਛ ਕਰ ਸਕਦਾ। ਸੋ ਬਹੁਤ ਸਾਰੇ ਇਸ ਵੇਲੇ ਸੁਣਨ ਵਿੱਚ ਆਇਆ, ਮੈਂ ਉਸ ਵਕੀਲ ਕੋਲ ਗਿਆ ਸਾਂ, ਉਸ ਕੰਸਲਟੈਂਟ ਕੋਲ ਗਿਆ ਸਾਂ, ਕਹਿੰਦਾ ਕੋਈ ਨਹੀਂ ਤੁਹਾਨੂੰ ਇੱਥੇ ਰੋਕ ਦੇਵਾਂਗੇ। ਜਿਹੜਾ ਤਾਂ ਚੱਲਦਾ ਮਾਮਲਾ ਹੈ ਜੀ, ਉਹਦੇ 'ਚ ਜੇ ਸਬੂਤ ਹੈਗੇ ਨੇ ਉਹ ਇੱਕ ਲੜਾਈ ਹੈ ਜੀ। ਜਿਹੜਾ ਉਹ ਤੋਂ ਬਾਅਦ ਵਾਲਾ ਕੰਮ ਹੈ ਉਹ ਫਿਰ ਲੜਾਈ ਨਹੀਂ, ਉਹ ਫਿਰ ਸਰਕਾਰ ਨੇ ਕੀ ਕਰਨਾ ਹੈ ਉਹਦੇ 'ਤੇ ਡਿਪੈਂਡ ਕਰਦਾ ਹੈ। ਹੁਣ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਐਪਲੀਕੇਸ਼ਨ ਹੈ ਉਹਦੇ 'ਚ ਵੀ ਤਾਂ ਤੁਸੀਂ ਆਪਦਾ ਪੱਖੇ ਦੱਸਣਾ ਹੈ ਨਾ ਜੀ। ਜੇ ਤੁਸੀਂ ਆਪਦਾ ਪੱਖ ਦੱਸਣਾ ਹੈ ਅਤੇ ਫਿਰ ਉਹ ਤੋਂ ਬਾਅਦ ਲੋਕਾਂ ਨੇ, ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹ ਤੁਹਾਡੇ ਪੱਖ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ। ਉਹ ਕਿਹਨੇ ਮੰਨਣਾ? ਉਹ ਜਿਹੜਾ ਮਿਨਿਸਟਰ ਰਿਸਪੋਂਸੀਬਲ ਹੈ ਉਹ ਪੋਜੀਸ਼ਨ ਲਈ। ਸਿਮਿਲਰਲੀ ਜੇ ਕੋਈ ਪਬਲਿਕ ਪਾਲਿਸੀ ਬਣਾਉਣੀ ਉਹ ਕਿਹਨੇ ਬਣਾਉਣੀ ਹੈ? ਜਿਹੜਾ ਮਿਨਿਸਟਰ ਰਿਸਪੋਂਸੀਬਲ ਹੈ ਉਹਨੇ ਬਣਾਉਣੀ ਹੈ। ਲਓ ਜੀ, ਜਵਾਬ ਤੁਹਾਨੂੰ ਸਾਰੇ ਮਿਲ ਗਏ ਹਨ। ਕਿੱਥੇ ਮੁਜ਼ਾਹਰੇ ਕਰਨੇ ਚਾਹੀਦੇ, ਕਿਹਨਾਂ ਗੱਲ ਕਰਨੀ ਚਾਹੀਦੀ, ਕਿੱਥੇ ਚਿੱਠੀ ਪਾਣੀ ਚਾਹੀਦੀ ਆ, ਤੁਸੀਂ ਕਿਸ ਏਰੀਏ ਵਿੱਚ ਰਹਿ ਰਹੇ ਹੋ। ਇੱਕ ਗੱਲ ਹੋਰ ਪੁੱਛਣੀ ਆ, ਹੁਣ ਜਿਸ ਕਾਲਜ ਵਿੱਚ ਗਏ ਸੀਗੇ, ਜਿੱਥੇ ਉਹਨਾਂ ਨੇ ਪੈਸਾ ਲਾਇਆ, ਐਡਮਿਸ਼ਨ ਲਈ, ਪਾਸ ਕੀਤਾ, ਫੇਲ ਕੀਤਾ, ਜੋ ਕੁਝ ਵੀ ਕੀਤਾ, ਇਹ ਉਹਨਾਂ ਨੂੰ ਨਾਲ ਲੈ ਕੇ ਤੁਰ ਸਕਦੇ ਆ ਬਈ ਤੁਹਾਡੀ ਵੀ ਗਲਤੀ ਸੀ, ਸਾਡੀ ਵੀ ਗਲਤੀ ਸੀ, ਚਲੋ ਚਲੀਏ ਮਿਨਿਸਟਰ ਦੇ ਆਫਿਸ, ਵੀ ਤੁਸੀਂ ਕੀ ਕਰਦੇ ਆ? ਆਪਾਂ ਉਹਨਾਂ ਤੋਂ ਕੁਛ ਐਕਸਪੈਕਟ ਨਾ ਕਰੀਏ। ਉਹ ਕਿਉਂ ਨਾ ਕਰੀਏ? ਉਹ ਤਾਂ ਇੱਕ ਬਿਜ਼ਨਸ ਵੈਂਚਰ ਹੈ। ਕਿਉਂਕਿ ਬਹੁਤ ਸਾਰੇ ਮੈਨੂੰ ਪਤਾ ਲੱਗ ਰਿਹਾ ਵੀ ਕਈ ਕਾਲਜ ਵਾਲੇ ਕਹਿੰਦੇ ਆਪਾਂ ਤੁਹਾਡਾ ਸਾਥ ਦੇਵਾਂਗੇ। ਮੈਂ ਕਹਿੰਦਾ ਬੱਚੇ ਕਿ ਉੱਧਰ ਨਾ ਫਸੇ ਰਹਿਣ। ਹਾਂਜੀ, ਉਹ ਸਾਥ ਦਾ ਕੋਈ ਮਤਲਬ ਨਹੀਂ। ਉਹ ਇੱਕ ਬਿਜ਼ਨਸ ਵੈਂਚਰ ਹੈ। ਉਹ ਇੱਕ ਸਿੱਧਾ ਕੌਂਟਰੈਕਟ ਹੈ ਕਿ ਆਹ ਬੰਦੇ ਨੇ ਆਹ ਪੜ੍ਹਾਈ ਕਰਨੀ ਹੈ, ਇੰਨਾ ਸਮਾਂ ਪੜ੍ਹਾਈ ਕਰਨੀ ਹੈ, ਕਾਲਜ ਨੇ ਪੜ੍ਹਾਈ ਕਰਾਉਣੀ ਹੈ ਅਤੇ ਇੰਨੇ ਪੈਸੇ ਲੈਣੇ ਨੇ। ਇਹ ਤੋਂ ਵੱਧ ਕੋਈ ਕੌਂਟਰੈਕਟ ਹੈ ਨਹੀਂ। ਹਾਂ, ਪਬਲਿਕ ਸਪੋਰਟ ਹੈ, ਉਹ ਤੋਂ ਤੁਸੀਂ, ਮੈਂ ਵੀ ਤਾਂ ਉਹਨਾਂ ਦੇ ਹੱਕ 'ਚ ਆਵਾਜ਼ ਉਠਾਏ ਰਹੇ ਹਾਂ ਜੀ, ਪਰ ਉਹਦਾ ਕੋਈ ਫਾਇਦਾ ਨੁਕਸਾਨ ਹੈ ਉਹ ਵੱਖਰਾ ਮਾਮਲਾ ਹੈ। ਜਿਹੜਾ ਐਕਚੁਅਲ ਡਿਸੀਜਨ ਹੈ ਉਹ ਸਮੇਂ ਦੀ ਸਰਕਾਰ ਨੇ ਹੀ ਕਰਨਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਸੀਂ ਸਲਾਹ ਲੈਣੀ ਹੋਵੇ, ਗੁਰਪ੍ਰੀਤ ਖਹਿਰਾ ਸਾਹਿਬ ਦਾ ਆਫਿਸ ਖੁੱਲ੍ਹਾ ਹੁੰਦਾ ਹੈ। ਤੁਸੀਂ ਆਪਣੇ ਸਾਰੇ ਪੇਪਰ ਲੈ ਕੇ ਆਉਣੇ। ਜਦੋਂ ਲੈ ਕੇ ਆਓਗੇ ਪੇਪਰ, ਇਹ ਸਟੱਡੀ ਕਰਨਗੇ ਤੁਹਾਡਾ ਜਿਹੜਾ ਇੰਡੀਵਿਜੂਅਲ ਕੇਸ ਹੈਗਾ ਆ। ਪਹਿਲੀ ਕੰਸਲਟੇਸ਼ਨ ਦੇ ਕੋਈ ਪੈਸੇ ਨਹੀਂ ਲੱਗਦੇ। ਬਾਅਦ 'ਚ ਤੁਸੀਂ ਇਹਨਾਂ ਨੂੰ ਜੁਆਇਨ ਕਰਨਾ ਨਹੀਂ ਕਰਨਾ ਕੀ ਕਰ ਸਕਦੇ, ਉਹਦੇ ਹੀ ਪੈਸੇ ਲੈਂਦੇ ਆ। ਸੋ ਸਲਾਹ ਲੈਣ ਵਾਸਤੇ ਇਹਨਾਂ ਦੇ ਦਫ਼ਤਰ ਵਿੱਚ ਆ ਜਾਓ, ਫੋਨ ਕਾਲ ਕਰ ਲਿਓ। ਹੱਥ ਜੋੜ ਕੇ ਬੇਨਤੀ, ਜਦੋਂ ਪੇਪਰ ਨਹੀਂ ਪੂਰੇ ਹੁੰਦੇ ਹੱਥ ਵਿੱਚ ਨਾ, ਫਿਰ ਪੈਸੇ ਲੱਗਦੇ, ਕਿਉਂਕਿ ਬਾਰ-ਬਾਰ ਆਉਣਾ ਪੈਂਦਾ, ਬਾਰ-ਬਾਰ ਦੱਸਣਾ ਪੈਂਦਾ। ਤੁਸੀਂ ਆਪਣਾ ਕੰਮ ਪੂਰਾ ਕਰਕੇ, ਪੇਪਰ ਰੈਡੀ ਕਰਕੇ, ਇਨਫੋਰਮੇਸ਼ਨ ਲੈ ਕੇ, ਡੇਟਾ ਲੈ ਕੇ, ਫੇਲ ਪਾਸ, ਕਿੰਨੇ ਘੰਟੇ ਕੰਮ ਕੀਤਾ, ਕੀ ਸਾਰੀ ਇਨਫੋਰਮੇਸ਼ਨ ਲਿਖ ਕੇ ਲੈ ਆਓ। ਉਸ ਤੋਂ ਬਾਅਦ ਫ੍ਰੀ ਕੰਸਲਟੇਸ਼ਨ ਲਈ ਇੱਥੇ CWC ਦੇ ਦਫ਼ਤਰ ਵਿੱਚ ਪਹੁੰਚ ਸਕਦੇ ਹੋ। ਸੋ ਵੀਰ ਮੇਰੇ, ਤੁਹਾਨੂੰ ਕਿੱਦਾਂ ਮਿਲ ਸਕਦੇ ਆ? ਬਿਲਕੁਲ, ਸਾਡੇ 3 ਆਫਿਸ ਹੈਗੇ ਇੱਥੇ ਕੈਨੇਡਾ ਦੇ ਵਿੱਚੋਂ। ਸਟੀਲਸ ਐਂਡ ਟੋਰਬਮ ਦੇ ਉੱਤੇ ਹੈਗਾ ਬਰੈਂਪਟਨ ਦੇ ਵਿੱਚ, ਸਰੀ ਦੇ ਵਿੱਚ 128 ਸਟਰੀਟ ਤੇ 80 ਐਵਨਿਊ ਤੇ ਉੱਤੇ ਹੈ ਜੀ। ਇਹਦੇ ਨਾਲ ਸਾਊਥ ਫਰੇਜ਼ਰ ਵੇ ਦੇ ਉੱਤੇ ਹੈਗਾ ਜੀ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਦੇ 2nd ਫਲੋਰ ਦੇ ਉੱਤੇ ਐਬਸਫੋਰਡ ਦੇ ਵਿੱਚ। ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ? ਹਾਂਜੀ, ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅਸੀਂ ਮੰਡੇ ਟੂ ਫਰਾਈਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਆ ਜੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।